Good morning, students. My name Dheeraj Sharma, science teacher, Government Senior Secondary School, Panoki, Kapurthala, City, Fagwada. Students, ਅੱਜ ਅਸੀਂ ਕਲਾਸ 6 ਦਾ ਸਾਇੰਸ ਸਬਜੈਕਟ ਨਾਲ ਰਿਲੇਟਡ ਚੈਪਟਰ ਫਸਟ ਪੜ੍ਹਨ ਜਾ ਰਹੇ ਹਾਂ। ਫਸਟ ਚੈਪਟਰ ਬੱਚਿਓ ਤੁਹਾਡਾ ਜਿਹੜਾ ਸਾਇੰਸ ਸਬਜੈਕਟ ਦਾ ਕਲਾਸ 6ਵੀਂ ਦਾ ਹੈਗਾ ਉਹ ਹੈਗਾ ਭੋਜਨ। ਸਾਨੂੰ ਕਿੱਥੋਂ ਪ੍ਰਾਪਤ ਹੁੰਦਾ ਹੈ? ਫੂਡ, ਵੇਅਰ ਡਜ਼ ਇਟ ਕਮ ਫਰੋਮ। ਬੱਚਿਓ ਤੁਸੀਂ ਭੋਜਨ, ਅਸੀਂ ਸਾਰੇ ਭੋਜਨ ਖਾਂਦੇ ਹਾਂ ਅਤੇ ਸਾਨੂੰ ਇਹ ਵੀ ਪਤਾ ਹੈ ਕਿ ਭੋਜਨ ਦੇ ਵਿੱਚ, ਅਗਰ ਮੈਂ ਤੁਹਾਡੇ ਕੋਲ ਪੁੱਛਾਂ ਕਿ ਭੋਜਨ ਦੇ ਵਿੱਚ ਤੁਸੀਂ ਕੀ ਖਾਂਦੇ ਹੋ, ਤਾਂ ਬੇਸਿਕਲੀ ਅਸੀਂ ਭੋਜਨ ਦੇ ਵਿੱਚ ਰੋਟੀ ਖਾਂਦੇ ਹਾਂ। ਸਾਡਾ ਜਿਹੜਾ ਕਾਮਨ ਫੂਡ ਹੈ, ਹਰੇਕ ਘਰ ਦੇ ਵਿੱਚ ਜਿਹੜਾ ਕਾਮਨ ਫੂਡ ਹੈ ਉਹ ਇੱਕ ਰੋਟੀ ਬਣਦੀ ਹੈ। ਸਾਡੇ 3 ਟਾਈਮ ਜਿਹੜੀ ਬਿਗ ਮੀਲਸ ਹੁੰਦੀਆਂ ਸਾਡੇ। ਤਾਂ ਭੋਜਨ ਤੋਂ ਇਲਾਵਾ ਅਸੀਂ ਫਲ ਫਰੂਟਸ, ਕੱਚੀਆਂ ਸਬਜ਼ੀਆਂ ਜਿਵੇਂ ਕਿ ਗਾਜਰ ਹੋ ਗਈ, ਮੂਲੀ ਹੋ ਗਈ, ਸਲਾਦ ਦੇ ਰੂਪ ਦੇ ਵਿੱਚ ਵੀ ਖਾਂਦੇ ਹੈਗੇ। ਇਸ ਤੋਂ ਇਲਾਵਾ ਫਰੈਂਡਸ ਦੇ ਨਾਲ ਅਸੀਂ ਫਾਸਟ ਫੂਡ ਵਗੈਰਾ ਉਹ ਵੀ ਖਾਂਦੇ ਹਾਂ, ਅਤੇ ਦੁੱਧ ਵਗੈਰਾ ਵੀ ਜਿਹੜਾ ਹੈ ਉਹ ਅਸੀਂ ਪੀਂਦੇ ਹੈਗੇ। ਤਾਂ ਬੇਸਿਕਲੀ ਅਸੀਂ ਭੋਜਨ ਦੇ ਵਿੱਚ ਇਹੀ ਚੀਜ਼ਾਂ ਜਿਹੜੀਆਂ ਆ ਉਹ ਖਾ ਸਕਦੇ ਹਾਂ। ਇਸ ਤੋਂ ਇਲਾਵਾ ਹੋਰ ਵੀ ਬਥੇਰੀਆਂ ਚੀਜ਼ਾਂ ਹੁੰਦੀਆਂ, ਜਿਵੇਂ ਕਿ ਕਈ ਬੱਚੇ ਜਿਹੜੇ ਆ ਜਾਂ ਕਈ ਬੰਦੇ ਜਿਹੜੇ ਆ ਨੋਨ ਵੈਜੀਟੇਰੀਅਨ ਫੂਡ ਵੀ ਖਾਂਦੇ, ਉਹ ਅਲੱਗ ਗੱਲ ਹੈ। ਭੋਜਨ ਨੂੰ ਬਣਾਉਣ ਲਈ ਕੱਚੀ ਸਮੱਗਰੀ ਕਿੱਥੋਂ ਪ੍ਰਾਪਤ ਹੁੰਦੀ ਹੈ? ਮਤਲਬ ਹੁਣ ਤੁਸੀਂ ਦੇਖ ਸਕਦੇ ਹੋ ਤੁਹਾਡੀ ਭੋਜਨ ਦੀ ਥਾਲੀ ਦੇ ਵਿੱਚ ਅਲੱਗ-ਅਲੱਗ ਡਿਸ਼ਿਸ ਪਈਆਂ ਆ, ਦਾਲ ਪਈ ਆ, ਛੋਲੇ ਹੈਗੇ ਆ, ਰੋਟੀ ਹੈਗੀ ਆ। ਤਾਂ ਇਹਨੂੰ ਬਣਾਉਣ ਦੇ ਲਈ ਜਿਹੜੇ ਮਸਾਲੇ ਉਪਯੋਗ ਹੋਏ ਆ, ਜਿਹੜੇ ਇਹਦੇ ਵਿੱਚ ਅਸੀਂ ਹਲਦੀ ਵਗੈਰਾ ਪਾਈ ਆ, ਨਮਕ ਵਗੈਰਾ ਪਾਏ ਆ, ਜਾਂ ਹੋਰ ਕੁਛ ਵੀ ਜੋ ਵੀ ਚੀਜ਼ ਆਪਾਂ ਐਡ ਕੀਤੀ, ਤਾਂ ਰੋਟੀ ਬਣਾਉਣ ਦੇ ਲਈ ਆਟਾ, ਤਾਂ ਇਹ ਸਾਰੀਆਂ ਜਿਹੜੀਆਂ ਇਹਨਾਂ ਲਈ ਕੱਚੀ ਸਮੱਗਰੀ, ਜਿਹਨੂੰ ਆਪਾਂ ਇਨਗਰੀਡੀਅੰਟਸ ਕਹਿੰਦੇ ਹਾਂ, ਉਹ ਅਸੀਂ ਕਿੱਥੋਂ ਪ੍ਰਾਪਤ ਕਰਦੇ ਹਾਂ, ਉਹਦੇ ਬਾਰੇ ਵੀ ਆਪਾਂ ਜਾਣਾਂਗੇ। ਅਤੇ ਕੱਚੀ ਸਮੱਗਰੀ ਤੋਂ ਤੁਸੀਂ ਸਮਝਦੇ ਕੀ ਹੋ, ਇਹਦੇ ਬਾਰੇ ਵੀ ਆਪਾਂ ਸਮਝਾਂਗੇ। ਹੁਣ ਜਿੱਦਾਂ ਇੱਥੇ ਫਲ ਫਰੂਟਸ ਆਪਣੇ ਕੋਲ ਅਵੇਲੇਬਲ ਹੁੰਦੇ, ਉਹ ਤਾਂ ਨੈਚੁਰਲੀ ਅਵੇਲੇਬਲ ਆ, ਪਰ ਜਿਹੜੀਆਂ ਰੋਟੀ ਬਣਾਉਂਦੇ ਹਾਂ, ਅਸੀਂ ਦਾਲ ਸਬਜ਼ੀ ਬਣਾਉਂਦੇ ਹਾਂ, ਅਸੀਂ ਫੂਡ ਨੂੰ ਕੁੱਕ ਕਰਦੇ ਹਾਂ, ਪਕਾਉਂਦੇ ਹਾਂ ਖਾਣੇ ਨੂੰ, ਤਾਂ ਕਿ ਉਸ ਦੇ ਵਿੱਚ ਅਸੀਂ ਮਸਾਲੇ ਵਗੈਰਾ ਵੀ ਪਾਉਂਦੇ ਹਾਂ। ਉਹ ਜਿਹੜੇ ਮਸਾਲੇ ਵਗੈਰਾ ਆ ਜਾਂ ਫਿਰ ਜੋ ਵੀ ਉਹਦੇ ਵਿੱਚ ਅਸੀਂ ਪਾਇਆ ਚੀਜ਼ਾਂ, ਉਹਨੂੰ ਅਸੀਂ ਕੱਚੀ ਸਮੱਗਰੀ ਬੋਲਦੇ ਹੈਗੇ। ਤਾਂ ਇਸ ਕਰਕੇ ਬੱਚਿਓ, ਜਿਹੜਾ ਹੁਣ ਅਸੀਂ ਪੜ੍ਹਨਾ ਇਸ ਚੈਪਟਰ ਦੇ ਵਿੱਚ ਹੁਣ ਪੜ੍ਹਨ ਲੱਗੇ ਹਾਂ, ਉਹ ਹੈਗਾ ਪਹਿਲਾਂ ਤਾਂ ਕੱਚੀ ਸਮੱਗਰੀ ਕੀ ਹੁੰਦੀ ਹੈ, ਇਨਗਰੀਡੀਅੰਟਸ ਕੀ ਹੁੰਦੇ। ਤਾਂ ਭੋਜਨ ਨੂੰ ਬਣਾਉਣ ਦੇ ਲਈ ਉਹ ਲੋੜੀਂਦੀ ਸਮੱਗਰੀ ਜੋ ਸਾਨੂੰ ਪੇੜ ਪੌਦਿਆਂ ਅਤੇ ਜਾਨਵਰਾਂ ਤੋਂ ਪ੍ਰਾਪਤ ਹੁੰਦੀਆਂ ਹਨ, ਜਿਵੇਂ ਕਿ ਮਸਾਲੇ, ਤੇਲ, ਨਮਕ, ਘਿਓ, ਕੱਚੀ ਸਬਜ਼ੀਆਂ, ਦੁੱਧ, ਪਾਣੀ ਆਦਿ। ਹੁਣ ਇੱਥੇ ਜਿਹੜੀ ਕੱਚੀ ਸਮੱਗਰੀ ਤੁਹਾਨੂੰ ਦੇਖਿਆ ਗਿਆ, ਤੁਸੀਂ ਦੇਖ ਸਕਦੇ ਹੋ ਕਿ ਭੋਜਨ ਨੂੰ ਬਣਾਉਣ ਦੇ ਲਈ ਉਹ ਜ਼ਰੂਰੀ ਸਮੱਗਰੀ ਜੋ ਕਿ ਸਾਨੂੰ ਪੇੜ ਪੌਦਿਆਂ ਤੋਂ ਵੀ ਜਾਂ ਜਾਨਵਰਾਂ ਤੋਂ ਵੀ ਪ੍ਰਾਪਤ ਹੋ ਜਾਂਦੀ ਹੈ, ਜਿਵੇਂ ਕਿ ਮਸਾਲੇ ਹੋ ਗਏ, ਤੇਲ ਹੋ ਗਿਆ, ਨਮਕ ਹੋ ਗਿਆ ਆਦਿ। ਜਿਵੇਂ ਕਿ ਤੁਸੀਂ ਅਗਰ, ਤਾਂ ਮੈਂ ਤੁਹਾਨੂੰ ਇੱਕ ਉਦਾਹਰਨ ਦੇਵਾਂ, ਜਿੱਦਾਂ ਹੁਣ ਅਸੀਂ ਇੱਥੇ ਵੈਜੀਟੇਬਲਸ ਦੀ ਇੱਕ ਸਬਜ਼ੀ ਬਣਾਈ ਹੈ, ਜਿਹਨੂੰ ਅਸੀਂ ਮਿਕਸ ਵੈਜ ਕਹਿ ਸਕਦੇ ਹਾਂ ਜਾਂ ਸਬਜ਼ੀ ਕਹਿ ਸਕਦੇ ਹਾਂ। ਇਸ ਸਬਜ਼ੀ ਨੂੰ ਬਣਾਉਣ ਦੇ ਲਈ ਅਸੀਂ ਕੱਚੀ ਸਮੱਗਰੀ ਕਿਹੜੀ ਉਪਯੋਗ ਕੀਤੀ ਹੈ? ਤਾਂ ਇੱਥੇ ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹਾਂ ਕਿ ਜਿਹੜੀਆਂ ਸਬਜ਼ੀਆਂ ਸੀਗੀਆਂ, ਸਬਜ਼ੀਆਂ ਦੇ ਲਈ ਅਸੀਂ ਕਿਹੜੇ ਸੋਰਸ ਦੇ ਉੱਤੇ ਨਿਰਭਰ ਕਰਦੇ, ਜਾਂ ਕਿਹੜਾ ਸੋਮਾ ਸਾਨੂੰ ਚਾਹੀਦਾ, ਉਹ ਹੈਗੇ ਨੇ ਪੌਦੇ। ਪੇੜ ਪੌਦਿਆਂ ਤੋਂ ਹੀ ਜਿਹੜੇ ਆ ਅਸੀਂ ਸਬਜ਼ੀਆਂ ਪ੍ਰਾਪਤ ਕਰਦੇ ਹਾਂ। ਮਸਾਲੇ ਅਤੇ ਤੇਲ ਵੀ ਸਾਨੂੰ ਪੇੜ ਪੌਦਿਆਂ ਤੋਂ ਹੀ ਮਿਲਦੇ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਰੋਂ ਦੇ ਤੇਲ ਜਿਹੜਾ ਆ, ਸਰੋਂ ਦਾ ਜਿਹੜਾ ਪੌਦਾ ਹੁੰਦਾ ਆ, ਉਹਦੇ ਬੀਜ ਤੋਂ ਅਸੀਂ ਜਿਹੜਾ ਆ ਸਰੋਂ ਦਾ ਤੇਲ ਬਣਾਉਂਦੇ। ਤਾਂ ਤੇਲ ਹੋ ਗਿਆ ਜਾਂ ਹੋਰ ਵੀ ਅਲੱਗ-ਅਲੱਗ ਪ੍ਰਕਾਰ ਦੇ ਜਿਹੜੇ ਮਸਾਲੇ ਆ, ਉਹ ਸਾਨੂੰ ਪੇੜ ਪੌਦਿਆਂ ਤੋਂ ਹੀ ਪ੍ਰਾਪਤ ਹੁੰਦੇ ਆ। ਘਿਓ ਜਿਹੜਾ ਆ, ਕਿਉਂਕਿ ਉਹ ਦੁੱਧ ਤੋਂ ਗਾਂਹ ਅਸੀਂ ਜਦੋਂ ਉਹਦੀ ਮਲਾਈ ਕੱਢ ਦਈਦੀ ਆ, ਫਿਰ ਉਹਦਾ ਮੱਖਣ ਬਣਾ ਲਈਦਾ, ਫਿਰ ਉਸਨੂੰ ਪ੍ਰੋਸੈਸ ਕਰਦੇ ਆ, ਫਿਰ ਜਾ ਕੇ ਕਿਤੇ ਘਿਓ ਬਣਦਾ ਹੈ। ਤਾਂ ਅਸੀਂ ਕਹਿ ਸਕਦੇ ਕਿ ਘਿਓ ਦਾ ਸੋਮਾ ਕਿਹੜਾ ਹੈ? ਜਾਨਵਰ ਨੇ। ਮਤਲਬ ਜਿਹੜੇ ਜਾਨਵਰ ਦੁੱਧ ਦਿੰਦੇ ਆ, ਜਿਵੇਂ ਕਿ ਮੱਝ ਹੋ ਗਈ, ਗਾਂ ਹੋ ਗਈ, ਬੱਕਰੀ ਹੋ ਗਈ, ਭੇਡ ਹੋ ਗਈ ਆਦਿ। ਤਾਂ ਇਹ ਸਾਡੇ ਕੋਲ ਕੱਚੀ ਸਮੱਗਰੀ ਉਹ ਸਮੱਗਰੀ ਹੈ ਜੋ ਭੋਜਨ ਨੂੰ ਬਣਾਉਣ ਦੇ ਲਈ ਅਸੀਂ ਪੇੜ ਪੌਦਿਆਂ ਤੋਂ ਜਾਂ ਫਿਰ ਜਾਨਵਰਾਂ ਦੇ ਉੱਤੇ ਨਿਰਭਰ ਕਰਦੇ। ਮੈਨੂੰ ਉਮੀਦ ਆ ਬੱਚੇ ਤੁਹਾਨੂੰ ਕੱਚੀ ਸਮੱਗਰੀ ਦੇ ਬਾਰੇ ਪਤਾ ਚੱਲ ਗਿਆ ਹੋਵੇਗਾ। ਤਾਂ ਇਹਦੀਆਂ ਹੀ ਹੁਣ ਕੁਝ ਹੋਰ ਉਦਾਹਰਨਾਂ ਅਸੀਂ ਦੇਖਣ ਜਾ ਰਹੇ ਹਾਂ। ਅੱਗੇ ਤੁਸੀਂ ਦੇਖ ਸਕਦੇ ਹੋ ਬੱਚਿਓ ਕਿ ਕੱਚੀ ਸਮੱਗਰੀ ਦੀ ਅਗਲੀ ਜਿਹੜੀ ਉਦਾਹਰਨ ਅਸੀਂ ਲਈ ਆ, ਉਹ ਹੈਗੀ ਖੀਰ। ਖੀਰ ਤੁਸੀਂ ਬੱਚਿਓ ਸਾਰਿਆਂ ਨੇ ਖਾਧੀ ਹੋਏਗੀ। ਖੀਰ ਨੂੰ ਬਣਾਉਣ ਦੇ ਲਈ ਜਿਹੜੀ ਕੱਚੀ ਸਮੱਗਰੀ ਸਾਨੂੰ ਚਾਹੀਦੀ ਆ, ਉਹ ਹੈਗੇ ਨੇ ਚਾਵਲ। ਚਾਵਲ
ਪ੍ਰਾਪਤ ਕਿੱਥੋਂ ਹੁੰਦੇ? ਤੁਹਾਨੂੰ ਪਤਾ ਝੋਨੇ ਦੀ ਫਸਲ ਤੋਂ ਸਾਨੂੰ ਜਿਹੜੇ ਚਾਵਲ ਆ ਉਹ ਪ੍ਰਾਪਤ ਹੁੰਦੇ, ਤਾਂ ਅਸੀਂ ਕਹਿ ਸਕਦੇ ਹਾਂ ਕਿ ਚਾਵਲ ਦਾ ਜਿਹੜਾ ਸੋਮਾ ਆ ਉਹ ਕੌਣ ਆ? ਉਹ ਪੌਦੇ ਨੇ। ਪੇੜ ਪੌਦਿਆਂ ਤੋਂ ਹੀ ਸਾਨੂੰ ਜਿਹੜੇ ਆ ਉਹ ਚਾਵਲ ਪ੍ਰਾਪਤ ਹੋ ਰਹੇ ਨੇ, ਮਤਲਬ ਪੌਦਿਆਂ ਤੋਂ, ਝੋਨੇ ਦੀ ਫਸਲ ਤੋਂ। ਖੰਡ ਜਿਹੜੀ ਆ, ਖੰਡ ਤੁਹਾਨੂੰ ਪਤਾ ਆ ਉਹ ਸਾਨੂੰ ਗੰਨੇ ਤੋਂ ਪ੍ਰਾਪਤ ਹੁੰਦੀ ਹੈ, ਸ਼ੂਗਰ ਕੇਨ ਤੋਂ ਪ੍ਰਾਪਤ ਹੁੰਦੀ ਹੈ। ਸ਼ੂਗਰ ਕੇਨ ਫਾਰਮਰਸ ਉਗਾਉਂਦੇ ਆ, ਉਸਨੂੰ ਫੈਕਟਰੀਜ਼ ਵਗੈਰਾ 'ਚ ਦੇ ਜਾਂਦੇ ਆ। ਸ਼ੂਗਰ ਕੇਨ ਦੀਆਂ ਫੈਕਟਰੀ ਜਿਹੜੀਆਂ ਉਹ ਸਾਨੂੰ ਚੀਨੀ ਬਣਾ ਕੇ ਦੇ ਦਿੰਦੀਆਂ, ਅਤੇ ਉਹ ਤਾਂ ਜਾ ਕੇ ਕਿਤੇ ਖੰਡ ਬਣਦੀ ਹੈ ਅਤੇ ਅਸੀਂ ਆਪਣੀ ਖੀਰ ਦੇ ਵਿੱਚ ਪਾਉਂਦੇ ਹਾਂ। ਇਸ ਤੋਂ ਇਲਾਵਾ ਦੁੱਧ ਖੀਰ ਦੇ ਵਿੱਚ ਵੀ ਪੈਂਦਾ। ਤਾਂ ਇਹ 3 ਕੱਚੀਆਂ ਸਮੱਗਰੀਆਂ ਹੋ ਗਈਆਂ। ਹੁਣ ਦੁੱਧ ਜਿਹੜਾ ਹੈ ਉਹ ਸਾਨੂੰ ਫਿਰ ਜਾਨਵਰਾਂ ਤੋਂ ਪ੍ਰਾਪਤ ਹੁੰਦਾ ਹੈ, ਜਿਵੇਂ ਕਿ ਮੱਝ, ਗਾਂ, ਬੱਕਰੀ, ਭੇਡ ਆਦਿ। ਇਸ ਤੋਂ ਇਲਾਵਾ ਜੇਕਰ ਤੁਸੀਂ ਇਹਦੇ ਉੱਤੇ, ਜਿੱਦਾਂ ਹੁਣ ਇੱਥੇ ਕਿਸ਼ਮਿਸ਼ ਪਾਈ ਗਈ ਹੈ ਜਾਂ ਬਦਾਮ ਵਗੈਰਾ ਤੁਸੀਂ ਪਾਉਂਦੇ ਆ, ਤਾਂ ਉਹ ਵੀ ਸਾਨੂੰ ਜਿਹੜੇ ਆ, ਕਿਸ਼ਮਿਸ਼ ਹੋ ਗਈ, ਬਦਾਮ ਹੋ ਗਏ, ਇਹ ਵੀ ਸਾਨੂੰ ਪੇੜ ਪੌਦਿਆਂ ਤੋਂ ਹੀ ਪ੍ਰਾਪਤ ਹੁੰਦੇ। ਤਾਂ ਇੱਕ ਹੋਰ ਐਗਜ਼ਾਮਪਲ ਸਾਡੇ ਕੋਲ ਕੱਚੀ ਸਮੱਗਰੀ ਦੀ ਹੈਗੀ ਹੈ, ਜਿਵੇਂ ਕਿ ਰੋਟੀ ਜਾਂ ਚਪਾਤੀ, ਜੋ ਕਿ ਸਾਡੇ ਥਾਲੀ ਦੇ ਵਿੱਚ ਜਾਂ ਖਾਣੇ ਦੇ ਵਿੱਚ ਅਸੀਂ ਸ਼ਾਮਿਲ ਕਰਦੇ ਹਾਂ। ਤਾਂ ਰੋਟੀ ਜਾਂ ਚਪਾਤੀ ਨੂੰ ਬਣਾਉਣ ਦੇ ਲਈ ਸਾਨੂੰ ਜਿਹੜੀ ਕੱਚੀ ਸਮੱਗਰੀ ਚਾਹੀਦੀ ਉਹ ਹੈਗੀ ਆ ਕਣਕ। ਕਣਕ ਹੈ, ਕਣਕ ਦੀ ਫਸਲ, ਉਹ ਵੀ ਕਿੱਥੋਂ ਸਾਨੂੰ ਪ੍ਰਾਪਤ ਹੁੰਦੀ ਹੈ? ਪੇੜ ਪੌਦਿਆਂ ਤੋਂ ਹੀ ਪ੍ਰਾਪਤ ਹੁੰਦੀ ਹੈ, ਮਤਲਬ ਪੌਦਿਆਂ ਤੋਂ ਪ੍ਰਾਪਤ ਹੋ ਰਹੀ ਹੈ। ਕਣਕ ਨੂੰ ਅਸੀਂ ਪਸਾ ਲੈਂਦੇ ਹਾਂ, ਉਹਦਾ ਕੀ ਬਣ ਜਾਂਦਾ? ਆਟਾ ਬਣ ਜਾਂਦਾ। ਫਿਰ ਉਹਨੂੰ ਪਾਣੀ ਦੇ ਵਿੱਚ ਮਿਲਾ ਕੇ ਉਹਨੂੰ ਗੁੰਨ ਲਈਦਾ ਹੈ। ਪਾਣੀ ਜਿਹੜਾ ਸਾਨੂੰ ਕੁਦਰਤੀ ਰੂਪ 'ਤੇ ਨਹਿਰਾਂ 'ਚੋਂ, ਝੀਲਾਂ 'ਚੋਂ ਮਿਲ ਜਾਂਦਾ, ਤਾਂ ਉਸਨੂੰ ਕੁਦਰਤੀ ਰੂਪ 'ਤੇ ਮਤਲਬ ਅਸੀਂ ਆਟੇ ਨੂੰ ਮਤਲਬ ਗੁੰਨ ਲੈਂਦੇ ਹਾਂ, ਅਤੇ ਆਟੇ ਨੂੰ ਗੁੰਨ ਕੇ ਫਿਰ ਉਸਨੂੰ, ਉਸ ਦੀਆਂ ਰੋਟੀਆਂ ਜਿਹੜੀਆਂ ਉਹ ਬਣਾ ਲੈਂਦੇ ਹਾਂ। ਤਾਂ ਮੇਨ ਇੱਥੇ ਸੋਰਸ ਜਿਹੜਾ ਹੈਗਾ ਆ ਰੋਟੀ ਦਾ ਜਾਂ ਆਟੇ ਦਾ, ਉਹ ਸਾਡੇ ਕੋਲ ਪੌਦੇ ਹੀ ਨੇ, ਕਣਕ ਦੀ ਫਸਲ। ਦੂਸਰੇ ਪਾਸੇ ਜੇਕਰ ਆਪਾਂ ਗੱਲ ਕਰੀਏ ਹੋਰ ਉਦਾਹਰਨ ਦੀ, ਤਾਂ ਉਹ ਹੈਗੇ ਸਾਡੇ ਕੋਲ ਉਬਲੇ ਹੋਏ ਚਾਵਲ, ਬੋਇਲਡ ਰਾਈਸ। ਬੋਇਲਡ ਰਾਈਸ ਨੂੰ ਬਣਾਉਣ ਦੇ ਲਈ ਸਾਨੂੰ ਜਿਹੜੀ ਕੱਚੀ ਸਮੱਗਰੀ ਦੀ ਲੋੜ ਪੈਂਦੀ ਆ, ਉਹ ਹੈਗੇ ਨੇ ਚਾਵਲ ਅਤੇ ਪਾਣੀ। ਚਾਵਲ ਫਿਰ ਸਾਨੂੰ ਪੌਦਿਆਂ ਤੋਂ ਮਿਲ ਜਾਂਦੇ ਆ। ਝੋਨੇ ਦੀ ਫਸਲ ਜਿਵੇਂ ਕਿ ਹੋ ਗਈ, ਜਿਵੇਂ ਕਿ ਤੁਸੀਂ ਇੱਥੇ ਦੇਖ ਵੀ ਸਕਦੇ ਹੋ ਕਿ ਜਿਹੜੇ ਚਾਵਲ ਨੇ ਉਹ ਸਾਨੂੰ ਝੋਨੇ ਦੀ ਫਸਲ ਤੋਂ ਮਿਲਦੇ। ਤਾਂ ਇਹ ਕੱਚੀ ਸਮੱਗਰੀ ਦੇ ਬਾਰੇ ਮੈਨੂੰ ਉਮੀਦ ਆ ਬੱਚੋ ਤੁਹਾਨੂੰ ਸਮਝ ਲੱਗ ਗਈ ਹੋਈ। ਕੱਚੀ ਸਮੱਗਰੀ ਉਹ ਸਮੱਗਰੀ ਹੈ ਜਿਹੜੀ ਕਿ ਅਸੀਂ ਭੋਜਨ ਨੂੰ ਬਣਾਉਣ ਦੇ ਲਈ ਸਾਨੂੰ ਚਾਹੀਦੀ ਹੁੰਦੀ। ਇਸ ਤੋਂ ਇਲਾਵਾ ਅਸੀਂ ਅਗਰ ਗੱਲ ਕਰੀਏ ਕਿ ਹੁਣ ਤੁਸੀਂ ਅਗਰ ਪਿੱਛੇ ਦੇਖ ਕੇ ਵੀ ਹਟੇ ਆ ਕਿ ਕੱਚੀ ਸਮੱਗਰੀ ਦੇ ਜਿਹੜੇ ਮੁੱਖ ਸੋਮੇ ਹੈਗੇ ਆ ਉਹ 2 ਹੀ ਨੇ, ਇੱਕ ਪੇੜ ਪੌਦੇ, ਦੂਸਰੇ ਆਪਣੇ ਕੋਲ ਹੈਗੇ ਨੇ ਜਾਨਵਰ, ਮਤਲਬ ਐਨੀਮਲਸ। Plants and animals are the 2 main sources of food। ਜੇ ਅਸੀਂ ਕਹਿ ਲਈਏ ਕਿ ਸਾਨੂੰ ਜਿਹੜੇ ਕੱਚੀ ਸਮੱਗਰੀ ਹੈ, ਜਿਹੜੇ ਸਾਡੇ ਇਨਗਰੀਡੀਐਂਟਸ ਨੇ, ਉਹ ਸਾਨੂੰ ਇਹਨਾਂ ਦੋਨਾਂ ਤੋਂ ਹੀ ਪ੍ਰਾਪਤ ਹੁੰਦੇ ਨੇ। ਪੌਦਿਆਂ ਤੋਂ ਸਾਨੂੰ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ, ਮਸਾਲੇ, ਫਲ, ਕਣਕ, ਚਾਵਲ ਆਦਿ ਫਸਲਾਂ ਪ੍ਰਾਪਤ ਹੁੰਦੀਆਂ ਹਨ। ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਆ, ਮਸਾਲੇ ਵਗੈਰਾ, ਅਲੱਗ-ਅਲੱਗ ਪ੍ਰਕਾਰ ਦੇ ਮਸਾਲੇ ਆ, ਸਬਜ਼ੀਆਂ ਆ, ਫਲ ਫਰੂਟਸ ਨੇ, ਤਾਂ ਸਾਨੂੰ ਇਹ ਸਾਰੀਆਂ ਚੀਜ਼ਾਂ ਪੌਦਿਆਂ ਤੋਂ ਪ੍ਰਾਪਤ ਹੁੰਦੀਆਂ। ਇਸ ਤੋਂ ਇਲਾਵਾ ਕਣਕ ਤੁਸੀਂ ਦੇਖ ਹੀ ਲਈ ਹੈ, ਕਣਕ ਦੀ ਫਸਲ, ਝੋਨੇ ਦੀ ਫਸਲ, ਇਹ ਵੀ ਸਾਨੂੰ ਪੌਦਿਆਂ ਤੋਂ ਪ੍ਰਾਪਤ ਹੁੰਦੀ ਹੈ। ਕਈ ਤਰ੍ਹਾਂ ਦੇ ਸਬਜ਼ੀਆਂ ਹੋ ਗਈਆਂ ਆਦਿ, ਇਹ ਸਾਰੀਆਂ ਚੀਜ਼ਾਂ ਸਾਨੂੰ ਪੌਦਿਆਂ ਤੋਂ ਪ੍ਰਾਪਤ ਹੋ ਜਾਂਦੀਆਂ। ਤਾਂ ਪੌਦੇ ਸਾਡਾ ਫੂਡ ਦਾ ਮੇਨ ਸੋਰਸ ਹੋ ਗਏ, ਪੇੜ ਪੌਦੇ। ਜਾਂ ਫਿਰ ਹੁਣ ਜਾਨਵਰਾਂ ਦੀ ਗੱਲ ਕਰੀਏ, ਜਾਨਵਰ ਵੀ ਜਿਹੜੇ ਆ ਉਹਨਾਂ ਤੋਂ ਵੀ ਅਸੀਂ ਆਪਣੀ ਕੱਚੀ ਸਮੱਗਰੀ ਕਹਿ ਲਓ ਜਾਂ ਫੂਡ ਦੇ ਉੱਤੇ ਨਿਰਭਰ ਕਰਦੇ ਹਾਂ। ਜਿਵੇਂ ਕਿ ਤੁਸੀਂ ਇੱਥੇ ਪੜ੍ਹ ਸਕਦੇ ਹੋ, ਜਾਨਵਰਾਂ ਤੋਂ ਸਾਨੂੰ ਦੁੱਧ ਅਤੇ ਦੁੱਧ ਤੋਂ ਬਣੇ ਹੋਏ ਉਤਪਾਦ ਜਿਵੇਂ ਕਿ ਦਹੀਂ, ਘਿਓ, ਮੱਖਣ ਆਦਿ। ਇਸ ਤੋਂ ਇਲਾਵਾ ਸਾਨੂੰ ਜਾਨਵਰਾਂ ਤੋਂ ਸ਼ਹਿਦ, ਅੰਡੇ ਅਤੇ ਮੀਟ ਭੋਜਨ ਦੇ ਰੂਪ ਵਜੋਂ ਮਿਲਦਾ ਹੈ। ਤਾਂ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਜਿਹੜੀ ਫੂਡ ਦੀ ਵੈਰਾਈਟੀ, ਅਲੱਗ-ਅਲੱਗ ਪ੍ਰਕਾਰ ਦਾ ਜਿਹੜਾ ਸਾਡੇ ਕੋਲ ਭੋਜਨ ਪ੍ਰਾਪਤ ਹੁੰਦਾ ਆ, ਉਹ ਇਹਨਾਂ ਹੀ 2 ਮੇਨ ਸੋਰਸਿਸ ਤੋਂ ਆਉਂਦਾ ਆ, ਪੇੜ ਪੌਦਿਆਂ ਤੋਂ ਜਾਂ ਜਾਨਵਰਾਂ ਤੋਂ। ਇੱਥੇ ਤੁਸੀਂ ਦੇਖ ਸਕਦੇ ਆ, ਤੁਹਾਨੂੰ ਪਤਾ ਹੀ ਹੈ ਕਿ ਦੁੱਧ ਜਿਹੜਾ ਆ ਉਹ ਅਸੀਂ ਮੱਝ, ਗਾਂ, ਬੱਕਰੀ, ਭੇਡ ਆਦਿ ਤੋਂ ਪ੍ਰਾਪਤ ਕਰਦੇ ਹਾਂ। ਸ਼ਹਿਦ ਨੂੰ ਵੀ ਅਸੀਂ ਆਪਣੇ ਭੋਜਨ 'ਚ ਇਸਤੇਮਾਲ ਕਰਦੇ ਹਾਂ। ਸ਼ਹਿਦ ਜਿਹੜਾ ਮਧੂ ਮੱਖੀਆਂ ਤੋਂ ਅਸੀਂ ਪ੍ਰਾਪਤ ਕਰਦੇ ਹਾਂ। ਫਿਰ ਅੰਡੇ ਜਿਹੜੇ ਆ ਉਹ ਮੁਰਗੀਆਂ ਤੋਂ, ਅਤੇ ਫਿਰ ਫਰਦਰ ਜਿਹੜਾ ਮੀਟ ਵਗੈਰਾ ਆ ਉਹ ਵੀ ਜਿਹੜਾ ਮੁਰਗੀਆਂ ਵਗੈਰਾ ਤੋਂ ਜਾਂ ਬੱਕਰੇ ਵਗੈਰਾ ਤੋਂ ਅਸੀਂ ਪ੍ਰਾਪਤ ਕਰਦੇ ਹਾਂ, ਅਤੇ ਇਹਨਾਂ ਨੂੰ ਆਪਣੇ ਭੋਜਨ ਦੇ ਵਿੱਚ ਸ਼ਾਮਿਲ ਕਰਦੇ ਹਾਂ। ਤਾਂ ਮੈਨੂੰ ਉਮੀਦ ਆ ਬੱਚੋ ਤੁਹਾਨੂੰ ਇਹ ਵੀ ਸਮਝ ਲੱਗ ਗਿਆ ਕਿ ਭੋਜਨ ਦੇ ਮੁੱਖ ਸੋਮੇ ਜਿਹੜੇ ਆ ਉਹ 2 ਤਰ੍ਹਾਂ ਦੇ ਆ, ਪਲਾਂਟਸ ਅਤੇ ਐਨੀਮਲਸ। ਪਲਾਂਟਸ ਤੋਂ ਵੱਖ-ਵੱਖ ਪ੍ਰਕਾਰ ਦੇ ਮਸਾਲੇ, ਸਬਜ਼ੀਆਂ, ਫਰੂਟਸ, ਕਣਕ ਦੀ ਫਸਲ, ਝੋਨੇ ਦੀ ਫਸਲ ਆਦਿ, ਇਹ ਸਾਰੀਆਂ ਚੀਜ਼ਾਂ ਮਿਲਦੀਆਂ। ਅਤੇ ਜਾਨਵਰਾਂ ਤੋਂ ਸਾਨੂੰ ਦੁੱਧ ਤੋਂ ਬਣੇ ਹੋਏ ਉਤਪਾਦ, ਸ਼ਹਿਦ, ਮੀਟ, ਅੰਡੇ
ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪ੍ਰਾਪਤ ਹੁੰਦੀਆਂ। ਨੈਕਸਟ ਬੱਚਿਓ, ਜੇਕਰ ਅਸੀਂ ਦੇਖੀਏ, ਸਭ ਤੋਂ ਪਹਿਲਾਂ ਹੁਣ ਗੱਲ ਕਰੀਏ ਪੌਦੇ ਦੇ ਭਾਗਾਂ ਦੇ ਬਾਰੇ, ਤਾਂ ਪਾਰਟਸ ਆਫ ਫਲਾਰ, ਇਹਦੇ ਵਿੱਚ ਆਪਾਂ ਦੇਖੀਏ ਤਾਂ ਫਲਾਰ ਦੇ ਜਿਹੜੇ ਆ ਉਹ 5 ਪਾਰਟਸ ਨੇ: ਜੜ੍ਹਾਂ, ਤਣਾ, ਪੱਤੇ, ਕਲੀ ਤੇ ਫੁੱਲ। ਇੱਥੇ ਤੁਸੀਂ ਡਾਇਗਰਾਮ ਵੀ ਦੇਖ ਸਕਦੇ ਹੋ। ਜੜ੍ਹਾਂ ਜਿਹੜੀਆਂ ਆ ਉਹ ਬਿਲਕੁਲ ਥੱਲੇ ਜ਼ਮੀਨ ਦੇ ਵਿੱਚ, ਜਿਹੜਾ ਸਾਡੇ ਕੋਲ ਪੂਰਾ ਪਲਾਂਟ ਹੈਗਾ ਆ, ਪੌਦੇ ਨੂੰ ਜ਼ਮੀਨ ਦੇ ਵਿੱਚ ਜਕੜ ਕੇ ਰੱਖਦੀਆਂ ਤਾਂ ਕਿ ਉਹ ਸਿੱਧਾ ਖੜਾ ਰਵੇ। ਤੇ ਦੂਸਰੇ ਪਾਸੇ ਜੜ੍ਹਾਂ ਦਾ ਇੱਕ ਹੋਰ ਕੰਮ ਮੇਨ ਇਹ ਹੈ ਕਿ ਉਹ ਪਾਣੀ ਨੂੰ ਵੀ ਸੋਖਦੀਆਂ। ਇੱਧਰਲੇ ਪਾਸੇ ਜੇਕਰ ਆਪਾਂ ਇੰਗਲਿਸ਼ ਵਾਲੀ ਡਾਇਗਰਾਮ ਵੀ ਦੇਖ ਲਈ ਤਾਂ ਫਲਾਰ, ਲੀਫ, ਫਰੂਟ, ਸਟੈਮ, ਇਹ ਸਾਰਿਆਂ ਨੂੰ ਆਪਾਂ ਸ਼ੂਟ ਸਿਸਟਮ ਬੋਲਾਂਗੇ ਕਿਉਂਕਿ ਇਹ ਧਰਤੀ ਤੋਂ ਬਾਹਰ ਆ, ਉੱਪਰਲੇ ਪਾਸੇ ਆ। ਤਾਂ ਸ਼ੂਟ ਸਿਸਟਮ, ਜਿਹੜਾ ਚੀਜ਼ ਧਰਤੀ ਦੇ ਅੰਦਰ ਉਹਨੂੰ ਆਪਾਂ ਬੋਲ ਦੇਵਾਂਗੇ ਰੂਟ ਸਿਸਟਮ, ਕਿਉਂਕਿ ਜੜ੍ਹਾਂ ਜਿਹੜੀਆਂ ਵਾ ਉਹ ਧਰਤੀ ਦੇ ਅੰਦਰ ਹੁੰਦੀਆਂ। ਤਾਂ ਇਹ 5 ਭਾਗ ਨੇ। ਅਸੀਂ ਇਹਨਾਂ 5 ਭਾਗਾਂ ਤੋਂ ਹੀ ਕਿਸੇ ਪੌਦੇ ਤੋਂ ਆਪਣੇ ਭੋਜਨ ਦੇ ਪਦਾਰਥ ਜਾਂ ਕੱਚੀ ਸਮੱਗਰੀ ਜਿਹੜੀ ਆ ਉਹ ਪ੍ਰਾਪਤ ਕਰਦੇ। ਇਹਦੇ ਬਾਰੇ ਵੀ ਅਸੀਂ ਅੱਗੇ ਚਰਚਾ ਕਰਾਂਗੇ। ਪਰ ਤੁਹਾਨੂੰ ਇਹ 5 ਦੇ 5 ਭਾਗ ਤੇ ਹੁੰਦੇ ਕਿਤੇ, ਫਲਾਰ ਤਾਂ ਤੁਸੀਂ ਦੇਖੇ ਹੀ ਹੋਣੇ ਆ, ਫੁੱਲ ਵਗੈਰਾ, ਪੱਤੀਆਂ ਵਗੈਰਾ ਜਾਂ ਲੀਫ ਵਗੈਰਾ ਤੁਸੀਂ ਦੇਖੇ ਹੋਣੇ। ਫਰੂਟਸ, ਅਲੱਗ-ਅਲੱਗ ਪ੍ਰਕਾਰ ਦੇ ਫਰੂਟਸ ਹੁੰਦੇ ਆ, ਉਹ ਤੁਸੀਂ ਦੇਖੇ ਹੋਣੇ, ਅਮਰੂਦ ਦੇ ਜਾਂ ਫਿਰ ਐਪਲ, ਮੈਂਗੋ, ਜਾਂ ਫਿਰ ਟਮਾਟਰ ਵੀ ਇੱਕ ਫਰੂਟ ਦੀ ਹੀ ਫਾਰਮ 'ਚ ਆ ਜਾਂਦਾ। ਤੇ ਸਟੈਮ ਜਿਹੜਾ ਆ, ਸਟੈਮ ਇੱਕ ਤਣਾ, ਮਤਲਬ ਉਹ ਜੜ੍ਹਾਂ ਨੂੰ ਇੱਕ ਪਾਸੇ ਉਹਨੇ ਜੜ੍ਹਾਂ ਨੂੰ ਪਕੜਿਆ ਹੋਇਆ, ਦੂਸਰੇ ਪਾਸੇ ਉਹਦੇ ਨਾਲ ਜਿਹੜੇ ਪੱਤੀਆਂ ਲੱਗੀਆਂ ਹੋਈਆਂ, ਤੇ ਇੱਕ ਪੂਰਾ ਐਨ ਪਲਾਂਟ ਨੂੰ ਇੱਕ ਹੋਲਡਿੰਗ ਪੋਜੀਸ਼ਨ 'ਚ ਰੱਖਿਆ ਹੋਇਆ, ਜਿਹਦੇ ਨਾਲ ਉਹ ਅਗਰ ਫਲੈਕਸੀਬਿਲਿਟੀ ਉਹ 'ਚ ਆ ਵੀ ਜਾਂਦੀ ਹੈ, ਮਤਲਬ ਫਲੈਕਸੀਬਲ ਵੀ ਹੈ, ਉਹ ਇੱਧਰ ਉੱਧਰ ਜਿਹੜਾ ਉਹ ਜਾ ਸਕਦਾ। ਤਾਂ ਅਸੀਂ ਆਪਣੇ ਭੋਜਨ ਲਈ ਕੱਚੀ ਸਮੱਗਰੀ ਜਿਹੜੀ ਪ੍ਰਾਪਤ ਕਰਦੇ ਹਾਂ ਉਹ ਪੌਦੇ ਦੇ ਇਹਨਾਂ ਹੀ 5 ਭਾਗਾਂ ਤੋਂ ਪ੍ਰਾਪਤ ਕਰਦੇ ਹਾਂ। ਜੜ੍ਹਾਂ ਹੋ ਗਿਆ, ਤਣਾ ਹੋ ਗਿਆ, ਪੱਤੇ ਹੋ ਗਏ, ਕਲੀ ਹੋ ਗਈ, ਫੁੱਲ। ਕੁਝ ਪਲਾਂਟਸ ਦੀਆਂ ਅਸੀਂ ਫੁੱਲ ਖਾਂਦੇ ਹਾਂ, ਕੁਝ ਪਲਾਂਟਸ ਦੇ ਅਸੀਂ ਪੱਤੇ ਖਾਂਦੇ ਹਾਂ, ਜਿੱਦਾਂ ਕਿ ਸਰੋਂ ਹੋ ਗਈ, ਸਰੋਂ ਦਾ ਸਾਗ ਤੁਸੀਂ ਖਾਧਾ ਹੋਣਾ, ਉਹਦੇ ਅਸੀਂ ਪੱਤੇ ਖਾਂਦੇ ਹਾਂ। ਕੁਝ ਪਲਾਂਟਸ ਦੇ ਅਸੀਂ ਤਣੇ ਖਾਂਦੇ ਹਾਂ, ਕੁਝ ਪਲਾਂਟਸ ਦੀਆਂ ਅਸੀਂ ਜੜ੍ਹਾਂ ਖਾਂਦੇ ਹਾਂ। ਇਹਦੇ ਬਾਰੇ ਵੀ ਬੱਚਿਓ ਅਸੀਂ ਅੱਗੇ ਚਰਚਾ ਕਰਾਂਗੇ। ਕੁਝ ਪਲਾਂਟਸ ਦੇ ਅਸੀਂ ਸਿਰਫ ਫਲ ਹੀ ਖਾਂਦੇ ਹਾਂ। ਤਾਂ ਇਹ ਸਾਰੀਆਂ ਚੀਜ਼ਾਂ ਬਾਰੇ ਅਸੀਂ ਅੱਗੇ ਗੱਲ ਕਰਨ ਵਾਲੇ ਹਾਂ। ਅਲੱਗ-ਅਲੱਗ ਪੌਦਿਆਂ ਦੇ ਵੱਖ-ਵੱਖ ਭਾਗਾਂ ਨੂੰ ਅਸੀਂ ਭੋਜਨ ਦੇ ਰੂਪ ਵਜੋਂ ਖਾਂਦੇ ਹਾਂ, ਜਿਵੇਂ ਕਿ ਜੜ੍ਹਾਂ। ਜਿਵੇਂ ਕਿ ਤੁਸੀਂ ਇੱਥੇ ਉਦਾਹਰਨ ਦੇਖ ਸਕਦੇ ਆ, ਗਾਜਰ, ਮੂਲੀ, ਚਕੁੰਦਰ, ਸ਼ਕਰਕੰਦੀ ਤੇ ਸ਼ਲਗਮ। ਗਾਜਰ ਕੈਰਟ, ਮੂਲੀ ਰੈਡਿਸ਼, ਚਕੁੰਦਰ ਬੀਟਰੂਟ ਬੋਲਦੇ ਹਾਂ ਅਸੀਂ ਉਸਨੂੰ, ਸ਼ਕਰਕੰਦੀ ਸਵੀਟ ਪੋਟੈਟੋ ਤੇ ਸ਼ਲਗਮ ਟਰਨਿਪ। ਇਹ ਸਾਰੀਆਂ ਬੱਚਿਓ ਜੜ੍ਹਾਂ ਦੀਆਂ ਹੀ ਉਦਾਹਰਣ। ਇਹ ਪਲਾਂਟਸ ਦੀਆਂ ਜੜ੍ਹਾਂ ਹੀ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਭੋਜਨ ਦੇ ਵਜੋਂ ਖਾਂਦੇ ਹਾਂ। ਇੱਥੇ ਤੁਸੀਂ ਫੋਟੋਜ਼ ਵੀ ਦੇਖ ਸਕਦੇ ਹੋ। ਦੂਸਰੇ ਪਾਸੇ ਤਣਾ, ਜਿਵੇਂ ਕਿ ਗੰਨਾ ਹੋ ਗਿਆ, ਹਲਦੀ ਹੋ ਗਈ, ਪਿਆਜ਼, ਲਸਣ, ਆਲੂ, ਅਦਰਕ। ਗੰਨਾ ਸ਼ੂਗਰਕੇਨ, ਹਲਦੀ ਟਰਮਰਿਕ, ਪਿਆਜ਼ ਅਨੀਅਨ, ਲਸਣ ਗਾਰਲਿਕ, ਆਲੂ ਪੋਟੈਟੋ ਤੇ ਅਦਰਕ ਨੂੰ ਅਸੀਂ ਜਿੰਜਰ ਵੀ ਬੋਲਦੇ ਹਾਂ ਇੰਗਲਿਸ਼ ਦੇ ਵਿੱਚ। ਤਾਂ ਇਹ ਸਾਰੀਆਂ ਚੀਜ਼ਾਂ ਮਤਲਬ ਪੌਦੇ ਦੀਆਂ ਤਣਾ ਭਾਗ ਹੁੰਦੀਆਂ ਤੇ ਅਸੀਂ ਇਹ ਮਤਲਬ ਉਹਨਾਂ ਦਾ ਤਣਾ ਖਾਂਦੇ ਪਏ। ਜੇ ਤੁਸੀਂ ਗੰਨਾ ਖਾਂਦੇ ਪਏ ਤਾਂ ਮਤਲਬ ਤੁਸੀਂ ਉਸ ਪੌਦੇ ਦਾ ਤਣਾ ਖਾਂਦੇ ਪਏ। ਜੇ ਤੁਸੀਂ ਸ਼ਲਗਮ ਖਾਂਦੇ ਪਏ ਤਾਂ ਮੈਂ ਕਹਿ ਸਕਦਾ ਤੁਸੀਂ ਉਸ ਪੌਦੇ ਦੀ ਐਕਚੁਅਲ ਦੇ ਵਿੱਚ ਜੜ੍ਹ ਖਾਂਦੇ ਪਏ। ਤਾਂ ਇਹ ਸਾਰੀਆਂ ਕੱਚੀ ਸਮੱਗਰੀਆਂ ਹੀ ਆ। ਤੁਸੀਂ ਦੇਖ ਲਓ ਕੱਚੀਆਂ ਸਬਜ਼ੀਆਂ ਮੈਂ ਤੁਹਾਨੂੰ ਦਿਖਾਈਆਂ ਕਿ ਜਿੰਜਰ ਹੋ ਗਿਆ, ਪੋਟੈਟੋ ਹੋ ਗਿਆ, ਟਰਨਿਪ ਹੋ ਗਿਆ, ਕੈਰਟ, ਰੈਡਿਸ਼, ਬੀਟਰੂਟ ਵਗੈਰਾ। ਇਹਨੂੰ ਅਸੀਂ ਸਲਾਦ ਦੇ ਰੂਪ ਵਿੱਚ ਖਾ ਸਕਦੇ ਹਾਂ ਜਾਂ ਫਿਰ ਇਹਨੂੰ ਕੁੱਕ ਕਰਦੇ ਹਾਂ। ਤਾਂ ਇਹ ਕੱਚੀ ਸਮੱਗਰੀ ਆ। ਇਨਗਰੀਡੀਐਂਟ ਸਾਨੂੰ ਕਿੱਥੋਂ ਪ੍ਰਾਪਤ ਹੋ ਰਹੇ ਆ? ਪਲਾਂਟਸ ਤੋਂ ਪ੍ਰਾਪਤ ਹੋ ਰਹੇ। ਇੱਥੇ ਤੁਸੀਂ ਤਣਾ ਦੇਖ ਸਕਦੇ ਹੋ ਸ਼ੂਗਰਕੇਨ ਦਾ। ਤਾਂ ਇਹ ਸਾਰੀਆਂ ਚੀਜ਼ਾਂ ਅਸੀਂ ਦੇਖ ਲਈਆਂ ਦੋਨਾਂ ਭਾਗਾਂ 'ਚ, ਜੜ੍ਹਾਂ ਦੇ ਵਿੱਚ ਵੀ ਤੇ ਤਣੇ ਦੇ ਵਿੱਚ ਵੀ। ਅੱਗੇ ਦੇਖਦੇ ਹਾਂ ਕਿ ਹੋਰ ਅਸੀਂ ਕਿਹੜੇ ਮਤਲਬ ਪੌਦਿਆਂ ਦੀਆਂ ਕਿਹੜਾ ਭਾਗ ਖਾਂਦੇ। ਫੁੱਲ ਜਿੱਦਾਂ ਹੋ ਗਿਆ, ਫੁੱਲ ਗੋਭੀ ਤੁਸੀਂ ਸੁਣਿਆ ਹੋਣਾ ਬੱਚਿਓ। ਫੁੱਲ ਗੋਭੀ ਮਤਲਬ ਕੋਲੀਫਲਾਵਰ ਜਿਹਨੂੰ ਜਾਂ ਬਰੋਕਲੀ ਆਪਾਂ ਬੋਲਦੇ ਹੈਗੇ। ਬਰੋਕਲੀ ਅਲੱਗ ਸਪੀਸ਼ੀਜ਼ ਹੈ, ਕੋਲੀਫਲਾਵਰ ਅਲੱਗ ਆ। ਕੋਲੀਫਲਾਵਰ ਅਗਰ ਤੁਸੀਂ ਦੇਖੋ ਇਹਨੂੰ ਫੁੱਲ ਗੋਭੀ ਇਸੇ ਕਰਕੇ ਕਿਹਾ ਜਾਂਦਾ ਕਿਉਂਕਿ ਇਹ ਉਸ ਪੌਦੇ ਦਾ ਐਕਚੁਅਲ ਦੇ ਵਿੱਚ ਫੁੱਲ ਆ, ਫਲਾਰ ਆ। ਇਸ ਨੂੰ ਅਸੀਂ ਖਾਂਦੇ। ਦੂਜੇ ਪਾਸੇ ਪੱਤੇ, ਪਾਲਕ ਹੋ ਗਿਆ, ਪਾਲਕ ਦੇ ਪੱਤੇ ਹੁੰਦੇ ਆ, ਅਸੀਂ ਉਹ ਖਾਂਦੇ ਹਾਂ। ਧਨੀਆ, ਕੋਰੀਐਂਡਰ, ਬੰਦ ਗੋਭੀ, ਪੁਦੀਨਾ, ਮਿੰਟ ਜਾਂ ਚਾਹ ਪੱਤੀ ਦੇ ਵੀ ਉਹ ਟੀ ਲੀਵਸ ਹੁੰਦੀਆਂ ਜਿਹੜੀ ਤੁਸੀਂ ਚਾਹ ਪੀਂਦੇ ਹੋ, ਉਹਦੀਆਂ ਵੀ ਚਾਹ ਪੱਤੀ। ਉਹਨੂੰ ਪੱਤੀ ਇਸੇ ਕਰਕੇ ਬੋਲਿਆ ਜਾਂਦਾ ਕਿਉਂਕਿ ਉਹ ਲੀਵਸ ਹੈ ਕਿਸੇ ਪੌਦੇ ਦੇ। ਸਰੋਂ ਦਾ ਸਾਗ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੀ ਆ, ਮਸਟਰਡ ਲੀਵਸ, ਉਹ ਵੀ ਅਸੀਂ ਭੋਜਨ ਦੇ ਵਿੱਚ ਆਪਣੇ ਸ਼ਾਮਿਲ ਕਰਦੇ ਹਾਂ। ਤਾਂ ਇੱਥੇ ਤੁਸੀਂ ਅਲੱਗ-ਅਲੱਗ ਉਦਾਹਰਨ ਦੇਖ ਸਕਦੇ ਹੋ। ਵੀ ਈਟ ਲੀਵਸ ਆਫ ਸਮ ਪਲਾਂਟਸ। ਮਿੰਟ ਮਤਲਬ ਪੁਦੀਨਾ, ਸਪਿਨਚ ਹੋ ਗਿਆ ਤੁਹਾਡੇ ਕੋਲ, ਪਾਲਕ, ਕੈਬੇਜ ਹੋ ਗਿਆ, ਪੱਤਾ ਗੋਭੀ, ਕੋਰੀਐਂਡਰ ਹੋ ਗਿਆ, ਧਨੀਆ। ਤਾਂ ਇਹ ਪੱਤੇ ਆ ਕਿਸੇ ਪਲਾਂਟ ਦੇ, ਅਸੀਂ ਖਾਂਦੇ ਹਾਂ। ਫੁੱਲ ਵੀ ਅਸੀਂ ਖਾ ਸਕਦੇ ਹਾਂ। ਪਿੱਛੇ ਤੁਸੀਂ ਜੜ੍ਹਾਂ ਤੇ ਤਣੇ ਦੇਖ ਲਏ,
ਉਹ ਵੀ ਅਸੀਂ ਆਪਣੇ ਭੋਜਨ ਦੇ ਰੂਪ ਵਿੱਚ ਖਾਂਦੇ ਹੈਗੇ ਹਾਂ। ਤਾਂ ਇਹ ਤੁਹਾਨੂੰ ਪਹਿਲਾਂ ਦਿਖਾਇਆ ਗਿਆ ਕਿ ਬੱਚਿਓ ਕਿ ਫੁੱਲ ਦੇ 5 ਭਾਗ ਸੀਗੇ, ਤਣਾ, ਪੱਤੇ, ਜੜ, ਫਲਾਰ, ਕਲੀ ਜਿਹਨੂੰ ਆਪਾਂ ਬਡ ਬੋਲਦੇ ਹਾਂ, ਵਗੈਰਾ ਵਗੈਰਾ। ਉਸ ਤੋਂ ਇਲਾਵਾ ਫੁੱਲ ਫਲ ਵੀ ਇਹ ਵੀ ਉਹਦੇ ਵਿੱਚ ਇਨਕਲੂਡ ਹੋ ਗਏ। ਤਾਂ ਅਸੀਂ ਆਪਣੇ ਮਤਲਬ ਹਿਸਾਬ ਦੇ ਨਾਲ ਦੇਖ ਕੇ ਕਿ ਉਹਦੇ ਵਿੱਚੋਂ ਕਿਹੜਾ ਭਾਗ ਕਿਸੇ ਪੌਦੇ ਦਾ ਖਾਣ ਵਾਲਾ ਆ, ਉਹ ਅਸੀਂ ਆਪਣੇ ਫੂਡ ਦੇ ਵਿੱਚ ਜਾਂ ਭੋਜਨ ਦੇ ਵਿੱਚ ਸ਼ਾਮਲ ਕਰ ਲੈਂਦੇ। ਅੱਗੇ ਤੁਸੀਂ ਅਗਰ ਦੇਖ ਸਕੋ ਬੀਜ ਜਾਂ ਸੀਡਸ ਦੇ ਵਿੱਚ ਕਣਕ ਹੋ ਗਿਆ, ਚਾਵਲ ਹੋ ਗਿਆ, ਮੱਕੀ, ਦਾਲਾਂ, ਮਟਰ, ਸਰੋਂ ਦੇ ਬੀਜਾਂ ਦਾ ਅਸੀਂ ਤੇਲ ਜਿਹੜਾ ਆ ਉਹਨੂੰ ਆਪਣੇ ਭੋਜਨ ਦੇ ਵਿੱਚ ਸ਼ਾਮਲ ਕਰਦੇ ਹੈਗੇ। ਸਰੋਂ ਦਾ ਤੁਹਾਨੂੰ ਇੱਥੇ ਪਲਾਂਟ ਦਿਖਾਇਆ ਜਾ ਰਿਹਾ। ਸਰੋਂ ਦੇ ਪਲਾਂਟ ਦੇ ਅਸੀਂ ਪੱਤੇ ਵੀ ਖਾ ਸਕਦੇ ਹਾਂ, ਅਸੀਂ ਉਹਦੇ ਬੀਜ ਵੀ ਖਾ ਸਕਦੇ ਹਾਂ। ਪੱਤੇ ਜਿਵੇਂ ਕਿ ਤੁਹਾਨੂੰ ਦੱਸਿਆ ਹੀ ਆ ਕਿ ਸਰੋਂ ਦਾ ਸਾਗ ਬਣਦਾ, ਉਹ ਅਸੀਂ ਆਪਣੇ ਭੋਜਨ ਦੇ ਵਿੱਚ ਸ਼ਾਮਲ ਕਰਦੇ ਹਾਂ। ਇਸ ਤੋਂ ਇਲਾਵਾ ਸਰੋਂ ਦੇ ਬੀਜਾਂ ਦੇ ਵਿੱਚੋਂ ਉਸ ਦਾ ਮਤਲਬ ਅਸੀਂ ਤੇਲ ਬਣਾਉਂਦੇ ਹਾਂ ਅਤੇ ਉਸਨੂੰ ਵੀ ਅਸੀਂ ਆਪਣੇ ਖਾਣੇ ਦੇ ਵਿੱਚ ਐਜ਼ ਅ ਇਨਗਰੀਡੀਐਂਟ, ਐਜ਼ ਅ ਕੱਚੀ ਸਮੱਗਰੀ ਉਹਦਾ ਉਪਯੋਗ ਕਰਦੇ ਹਾਂ। ਤਾਂ ਅਸੀਂ ਇਸ ਸਰੋਂ ਦੇ ਪੌਦੇ ਦੇ ਅਸੀਂ ਦੋਨੋਂ ਭਾਗ ਜਿਹੜੇ ਆ ਖਾ ਸਕਦੇ। ਤਾਂ ਇਹ ਵੀ ਬੱਚਿਓ ਯਾਦ ਰੱਖਣਾ, ਕੁਝ ਪੌਦਿਆਂ ਦੇ ਅਸੀਂ 2 ਜਾਂ 2 ਤੋਂ ਵੱਧ ਭਾਗ ਵੀ ਖਾਂਦੇ ਹਾਂ। ਮਤਲਬ ਕਈਆਂ ਦੇ ਅਸੀਂ ਪੱਤੇ ਖਾਂਦੇ, ਕਈਆਂ ਦੇ ਬੀਜ ਖਾਂਦੇ ਪਏ, ਤਾਂ ਇੱਥੇ ਅਸੀਂ ਦੋਨੋਂ ਹੀ ਖਾ ਸਕਦੇ ਹਾਂ। ਇਸ ਤੋਂ ਇਲਾਵਾ ਜਿੱਦਾਂ ਕੇਲੇ ਦਾ ਆਪਣੇ ਕੋਲ ਪੌਦਾ ਹੈਗਾ ਆ, ਅਤੇ ਉਹਦੇ ਅਸੀਂ ਜੜ੍ਹਾਂ ਨੂੰ ਛੱਡ ਕੇ ਬਾਕੀ ਸਾਰੇ ਚੀਜ਼ਾਂ ਜਿਹੜੀਆਂ ਉਹ ਭੋਜਨ ਦੇ ਰੂਪ ਵਿੱਚ ਖਾਂਦੇ ਹਾਂ। ਫੁੱਲ ਵੀ, ਤਣਾ ਵੀ, ਪੱਤੇ, ਉਹਨੂੰ ਅਸੀਂ ਆਪਣੇ ਭੋਜਨ ਦੇ ਵਿੱਚ ਸ਼ਾਮਲ ਕਰਦੇ ਹਾਂ। ਤਾਂ ਇਹ ਵੀ ਯਾਦ ਰੱਖਣਾ ਬੱਚਿਓ ਕਿ ਅਲੱਗ-ਅਲੱਗ ਪਲਾਂਟਸ ਦੇ ਅਸੀਂ ਅਲੱਗ-ਅਲੱਗ ਭਾਗ ਖਾਂਦੇ ਜ਼ਰੂਰ ਹਾਂ, ਪਰ ਅਸੀਂ ਇੱਕ ਤੋਂ ਇਲਾਵਾ ਵੀ ਕਿੰਨੇ ਹੋਰ ਭਾਗ ਇੱਕ ਹੀ ਪੌਦੇ ਦੇ ਖਾ ਸਕਦੇ ਹਾਂ। ਜਿਵੇਂ ਕਿ ਤੁਸੀਂ ਦੇਖ ਸਕਦੇ ਹਾਂ, ਕਣਕ ਹੋ ਗਈ, ਚਾਵਲ ਹੋ ਗਏ, ਮਿਲਟ ਹੋ ਗਏ, ਬਾਜਰਾ ਵਗੈਰਾ, ਇਸ ਨੂੰ ਅਸੀਂ ਭੋਜਨ ਦੇ ਵਿੱਚ ਵੀ ਸ਼ਾਮਲ ਕਰਦੇ ਹਾਂ। ਇਹ ਐਕਚੁਅਲ ਦੇ ਵਿੱਚ ਪੌਦੇ ਦੇ ਬੀਜ ਨੇ। ਪਲਸਿਸ ਹੋ ਗਈਆਂ, ਅਲੱਗ-ਅਲੱਗ ਪ੍ਰਕਾਰ ਦੀਆਂ ਦਾਲਾਂ ਹੋ ਗਈਆਂ। ਹੁਣ ਦਾਲਾਂ ਨੂੰ ਬੇਟਾ ਅਗਰ ਤੁਸੀਂ ਭਿਗੋ ਕੇ ਰੱਖ ਲਓ, ਇੱਕ ਰਾਤ ਨੂੰ ਭਿਗੋ ਕੇ ਰੱਖ ਲਓ ਅਤੇ ਉਸਨੂੰ ਅਗਲੇ ਦਿਨ ਤੁਸੀਂ ਇੱਦਾਂ ਗਿੱਲੇ ਕੱਪੜੇ ਦੇ ਵਿੱਚ ਲਪੇਟ ਕੇ ਰੱਖ ਲਓ, ਤਾਂ ਇੱਦਾਂ ਦੇ ਸਪਰਾਊਟਿਡ ਸੀਡਸ ਬਣ ਜਾਂਦੇ। ਇਹਦੇ ਵਿੱਚ ਪ੍ਰੋਟੀਨ ਦਾ ਕੰਟੈਂਟ ਬਹੁਤ ਜ਼ਿਆਦਾ ਹੁੰਦਾ, ਅਸੀਂ ਇਸ ਨੂੰ ਵੀ ਮਤਲਬ ਆਪਣੇ ਭੋਜਨ ਦੇ ਵਿੱਚ ਸ਼ਾਮਿਲ ਕਰ ਸਕਦੇ ਹਾਂ। ਦਾਲਾਂ ਨੂੰ ਜਦੋਂ ਅਸੀਂ ਭਿਗੋ ਕੇ ਰੱਖ ਲਈਏ ਤਾਂ ਫਿਰ ਉਹ ਸਪਰਾਊਟਿਡ ਸੀਡਸ ਬਣ ਜਾਂਦੇ। ਇਸ ਨੂੰ ਆਪਾਂ ਸਪਰਾਊਟਿਡ ਸੀਡਸ ਬੋਲਦੇ ਹਾਂ ਜਾਂ ਫਿਰ ਪੁੰਗਰੇ ਹੋਏ ਬੀਜ ਬੋਲਦੇ ਹਾਂ, ਕਿਉਂਕਿ ਇਹਨਾਂ ਦੇ ਵਿੱਚ ਪ੍ਰੋਟੀਨ ਦੀ ਜਿਹੜੀ ਮਾਤਰਾ ਬੱਚਿਓ ਬਹੁਤ ਜ਼ਿਆਦਾ ਹੁੰਦੀ ਹੈ। ਇਹਦੇ ਵਿੱਚ ਨਿੰਬੂ ਵਗੈਰਾ ਪਾ ਕੇ ਇਹਦਾ ਟੇਸਟ ਹੋਰ ਜ਼ਿਆਦਾ ਅੱਛਾ ਬਣਾਇਆ ਜਾ ਸਕਦਾ, ਅਤੇ ਇਸ ਨੂੰ ਅਸੀਂ ਆਪਣੇ ਭੋਜਨ ਦੇ ਵਿੱਚ ਵੀ ਸ਼ਾਮਿਲ ਕਰ ਸਕਦੇ ਹਾਂ। ਤਾਂ ਇੱਥੇ ਤੁਹਾਨੂੰ ਬੀਜਾਂ ਦੇ ਬਾਰੇ ਦੱਸ ਦਿੱਤਾ ਗਿਆ, ਕਿਹੜੇ ਪਲਾਂਟਸ ਦੇ ਅਸੀਂ ਬੀਜ ਵੀ ਜਿਹੜੇ ਉਹ ਖਾਂਦੇ ਹਾਂ। ਕੀ ਅਸੀਂ ਹਰ ਤਰ੍ਹਾਂ ਦੇ ਪੌਦਿਆਂ ਨੂੰ ਭੋਜਨ ਦੇ ਰੂਪ ਵਿੱਚ ਖਾ ਸਕਦੇ ਹਾਂ ਬੱਚਿਓ? ਕੀ ਅਸੀਂ ਸਾਰੇ ਤਰ੍ਹਾਂ ਦੇ ਪੌਦਿਆਂ ਨੂੰ ਭੋਜਨ ਦੇ ਰੂਪ ਵਿੱਚ ਖਾ ਸਕਦੇ ਹਾਂ? ਤਾਂ ਆਨਸਰ ਹੈਗਾ ਇਹਦਾ ਨਹੀਂ, ਬਿਲਕੁਲ ਵੀ ਨਹੀਂ। ਕਿਉਂਕਿ ਜਿਨ੍ਹਾਂ ਪੌਦਿਆਂ ਬਾਰੇ ਸਾਨੂੰ ਜਾਣਕਾਰੀ ਪ੍ਰਾਪਤ ਨਾ ਹੋਵੇ, ਨਾ ਪਤਾ ਹੋਵੇ ਉਹਨਾਂ ਬਾਰੇ, ਸਾਨੂੰ ਉਸਨੂੰ ਨਹੀਂ ਖਾਣਾ ਚਾਹੀਦਾ, ਕਿਉਂਕਿ ਕਈ ਪੌਦੇ ਜ਼ਹਿਰੀਲੇ ਵੀ ਹੁੰਦੇ ਹਨ। ਅਜਿਹੇ ਪੌਦਿਆਂ ਨੂੰ ਖਾਣ 'ਤੇ ਸਾਡੀ ਸਿਹਤ 'ਤੇ ਮਾੜਾ ਅਸਰ ਪੈ ਸਕਦਾ ਹੈ। ਤਾਂ ਬੱਚਿਓ ਕਈ ਪਲਾਂਟਸ ਜਿਹੜੇ ਹੁੰਦੇ ਆ ਉਹ ਪੋਇਜ਼ਨਸ ਹੁੰਦੇ ਆ, ਜਿਹਦੇ ਬਾਰੇ ਸਾਨੂੰ ਜੇਕਰ ਜਾਣਕਾਰੀ ਨਹੀਂ ਹੈਗੀ ਤਾਂ ਸਾਨੂੰ ਐਵੇਂ ਨਹੀਂ ਹਰੇਕ ਪੌਦੇ ਨੂੰ ਖਾ ਲੈਣਾ ਚਾਹੀਦਾ। ਪੌਦੇ ਦੇ ਕੋਈ ਵੀ ਭਾਗ ਨੂੰ ਨਹੀਂ ਅਸੀਂ ਖਾ ਸਕਦੇ। ਉਹਦਾ ਕਾਰਨ ਇਹੀ ਹੈ ਕਿਉਂਕਿ ਕਈ ਪਲਾਂਟ ਜਿਹੜੇ ਹੁੰਦੇ ਨੇ ਉਹ ਪੋਇਜ਼ਨਸ ਪਲਾਂਟਸ ਵੀ ਹੁੰਦੇ ਨੇ। ਇੱਥੇ ਤੁਹਾਨੂੰ ਕੁਝ ਪੋਇਜ਼ਨਸ ਪਲਾਂਟਸ ਦੀ ਪਿਕਚਰਸ ਵਗੈਰਾ ਦਿਖਾਈਆਂ ਵੀ ਜਾ ਰਹੀਆਂ ਹੈ। ਤਾਂ ਇੱਥੇ ਤੁਹਾਡੀ ਬੁੱਕ ਦੇ ਵਿੱਚ ਵੀ ਹੈਗਾ ਕਿ ਬੂਜੋ ਜਿਹੜਾ ਹੈ ਉਹ ਪਹੇਲੀ ਨੂੰ ਰੋਕ ਰਿਹਾ ਹੈ ਕਿ ਡੂ ਨੋਟ ਟਰਾਈ ਟੂ ਟੇਸਟ ਅਨਨੋਨ ਪਲਾਂਟਸ ਅਰਾਊਂਡ ਯੂ ਟੂ ਸੀ ਇਫ ਦੇ ਆਰ ਐਡੀਬਲ ਮਤਲਬ ਜਿਹਨੂੰ ਅਸੀਂ ਖਾ ਸਕਦੇ ਹਾਂ। ਸਮ ਪਲਾਂਟਸ ਕੁਡ ਬੀ ਪੋਇਜ਼ਨਸ ਮਤਲਬ ਜ਼ਹਿਰੀਲੇ ਵੀ ਕਈ ਪਲਾਂਟਸ ਜਿਹੜੇ ਆ ਹੋ ਸਕਦੇ। ਇਸ ਕਰਕੇ ਅਸੀਂ ਹਰ ਤਰ੍ਹਾਂ ਦੇ ਪਲਾਂਟਸ ਨੂੰ ਨਹੀਂ ਖਾ ਕੇ ਦੇਖ ਸਕਦੇ। ਸਾਨੂੰ ਉਹਦੇ ਬਾਰੇ ਜਾਣਕਾਰੀ ਹੈਗੀ ਆ ਫਿਰ ਅਸੀਂ ਉਸਨੂੰ ਖਾਵਾਂਗੇ, ਅਦਰਵਾਈਜ਼ ਅਸੀਂ ਉਸਨੂੰ ਨਹੀਂ ਖਾਵਾਂਗੇ, ਅਵੋਇਡ ਕਰਾਂਗੇ। ਹੁਣ ਅਸੀਂ ਗੱਲ ਕਰਦੇ ਹਾਂ ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲਾ ਭੋਜਨ, ਐਨੀਮਲ ਪ੍ਰੋਡਕਟ ਐਜ਼ ਫੂਡ। ਜਾਨਵਰਾਂ ਤੋਂ ਸਾਨੂੰ ਦੁੱਧ ਅਤੇ ਦੁੱਧ ਤੋਂ ਬਣੇ ਹੋਏ ਉਤਪਾਦ ਜਿਵੇਂ ਕਿ ਦਹੀਂ, ਘਿਓ, ਮੱਖਣ ਆਦਿ। ਇਸ ਤੋਂ ਇਲਾਵਾ ਸਾਨੂੰ ਜਾਨਵਰਾਂ ਤੋਂ ਸ਼ਹਿਦ, ਅੰਡੇ ਅਤੇ ਮੀਟ ਭੋਜਨ ਦੇ ਰੂਪ ਵਿੱਚ ਮਿਲਦਾ ਹੈ। ਬੱਚਿਓ ਅਸੀਂ ਪਹਿਲਾਂ ਵੀ ਗੱਲ ਕਰ ਲਈ, ਬੱਕਰੀ ਤੋਂ ਜਿਵੇਂ ਕਿ ਸਾਨੂੰ ਦੁੱਧ ਮਿਲਦਾ, ਮੱਝ ਤੋਂ ਦੁੱਧ ਮਿਲ ਜਾਂਦਾ। ਇਸ ਤੋਂ ਇਲਾਵਾ ਭੇਡ ਤੋਂ ਦੁੱਧ ਮਿਲ ਜਾਂਦਾ, ਗਾਂ ਤੋਂ ਦੁੱਧ ਮਿਲਦਾ। ਦੂਜੇ ਪਾਸੇ ਮੁਰਗੀ ਹੈਗੀ ਆ, ਮੁਰਗੀਆਂ ਤੋਂ ਸਾਨੂੰ ਅੰਡੇ ਵਗੈਰਾ ਮਿਲ ਜਾਂਦੇ, ਪਲੱਸ ਉਹਨਾਂ ਦਾ ਮੀਟ ਜਿਹੜਾ ਆ, ਨੋਨ ਵੈਜ ਜਿਹੜੇ ਬੱਚੇ ਖਾਂਦੇ ਆ ਜਾਂ ਹੋਰ ਜਿਹੜੇ ਬੰਦੇ ਖਾਂਦੇ ਆ, ਤਾਂ ਉਹਨਾਂ ਨੂੰ ਵੀ ਐਨੀਮਲਸ ਤੋਂ ਵੀ ਫੂਡ ਜਿਹੜਾ ਆ ਭੋਜਨ ਪ੍ਰਾਪਤ ਹੋ ਸਕਦਾ, ਦੁੱਧ ਵਗੈਰਾ ਜਾਂ ਫਿਰ ਅੰਡੇ, ਮੀਟ ਵਗੈਰਾ।
ਨੈਕਸਟ, ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲਾ ਭੋਜਨ ਦੇ ਵਿੱਚ ਜਿੱਦਾਂ ਇੱਕ ਹੋਰ ਚੀਜ਼ ਹੈਗੀ ਹੈ ਸ਼ਹਿਦ। ਸ਼ਹਿਦ ਦੀਆਂ ਮੱਖੀਆਂ ਬੱਚਿਓ ਤੁਸੀਂ ਦੇਖੀਆਂ ਹੋਣੀਆਂ, ਹਨੀ ਬੀਜ਼, ਫੁੱਲਾਂ ਤੋਂ ਫੁੱਲਾਂ ਦਾ ਰਸ, ਫੁੱਲਾਂ ਦੇ ਰਸ ਨੂੰ ਅਸੀਂ ਨੈਕਟਰ ਬੋਲਦੇ ਹਾਂ ਬੱਚਿਓ, ਇੰਗਲਿਸ਼ ਵਿੱਚ ਯਾਦ ਰੱਖਣਾ ਸ਼ਬਦ। ਸ਼ਹਿਦ ਦੀਆਂ ਮੱਖੀਆਂ ਫੁੱਲਾਂ ਤੋਂ ਫੁੱਲਾਂ ਦਾ ਰਸ ਇਕੱਠਾ ਕਰਦੀਆਂ ਹਨ ਅਤੇ ਆਪਣੇ ਪਾਚਨ ਐਂਜ਼ਾਈਮ ਦੀ ਮਦਦ ਦੇ ਨਾਲ ਸ਼ਹਿਦ ਬਣਾਉਂਦੀਆਂ ਹਨ ਅਤੇ ਆਪਣੇ ਛੱਤੇ ਵਿੱਚ ਜਮ੍ਹਾਂ ਕਰ ਲੈਂਦੀਆਂ ਹਨ। ਹੁਣ ਬੱਚਿਓ ਫੁੱਲ ਸਾਰਾ ਸਾਲ ਤੱਕ ਖਿੜਦੇ ਨਹੀਂ ਹੈਗੇ, ਉਹ ਤੁਹਾਨੂੰ ਪਤਾ ਬਹਾਰ ਦੇ ਮੌਸਮ ਦੇ ਵਿੱਚ ਹੀ ਫੁੱਲ ਜਿਹੜੇ ਆ ਉਹ ਖਿੜਦੇ ਹੈਗੇ ਆ, ਅਤੇ ਮੱਖੀਆਂ ਜ਼ਿਆਦਾ ਜਿਹੜਾ ਫੁੱਲਾਂ ਦਾ ਰਸ ਆ ਉਦੋਂ ਹੀ ਇਕੱਠਾ ਜਿਹੜਾ ਆ ਉਹ ਕਰਦੀਆਂ ਹੈਗੀਆਂ ਅਤੇ ਆਪਣੇ ਛੱਤੇ ਦੇ ਵਿੱਚ ਪੂਰੇ ਸਾਲ ਦੇ ਲਈ ਉਸਨੂੰ ਸਟੋਰ ਰੱਖਦੀਆਂ, ਕਿਉਂਕਿ ਉਹਨਾਂ ਨੂੰ ਪਤਾ ਕਿ ਮੁੜ ਕੇ ਜੇਕਰ ਫੁੱਲ ਨਹੀਂ ਹੋਏ ਤਾਂ ਉਹ ਫੁੱਲਾਂ ਦਾ ਰਸ ਕਿੱਥੋਂ ਲੈਣਗੀਆਂ ਅਤੇ ਫਿਰ ਉਹਨਾਂ ਨੂੰ ਭੋਜਨ ਦੀ ਕਿੱਲਤ ਨਾ ਹੋਵੇ। ਤਾਂ ਕਰਕੇ ਉਹ ਆਪਣਾ ਜਿਹੜਾ ਸ਼ਹਿਦ ਆ ਉਹ ਉਸ ਆਪਣੇ ਜਿਹੜਾ ਉਹਨਾਂ ਦਾ ਛੱਤਾ ਹੁੰਦਾ ਆ, ਬਿਹਾਈਵ ਉਹਨੂੰ ਬੋਲਦੇ ਆ, ਉਹਦੇ ਵਿੱਚ ਉਹ ਪੂਰੇ ਸਾਲ ਦੇ ਲਈ ਡਾਈਜੈਸਟਿਵ ਐਂਜ਼ਾਈਮ ਦੀ ਮਦਦ ਦੇ ਨਾਲ ਸ਼ਹਿਦ ਬਣਾਉਂਦੀਆਂ, ਤਾਂ ਕਿ ਉਹ ਉੱਥੋਂ ਦੀ ਸ਼ਹਿਦ ਖਾ ਸਕਣ ਅਤੇ ਪੂਰੇ ਸਾਲ ਲਈ ਆਪਣਾ ਭੋਜਨ ਦਾ ਪ੍ਰਬੰਧ ਕਰਦੀਆਂ। ਅਸੀਂ ਉਹ ਜਿਹੜਾ ਸ਼ਹਿਦ ਆ ਉਹਨਾਂ ਤੋਂ ਲੈ ਲਈਦਾ ਆ ਅਤੇ ਅਸੀਂ ਆਪਣੇ ਭੋਜਨ ਦੇ ਵਿੱਚ ਉਹ ਸ਼ਾਮਿਲ ਕੀਤਾ ਹੋਇਆ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਆ ਬਿਹਾਈਵ ਆ, ਅਤੇ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਫੁੱਲਾਂ ਤੋਂ ਜਿਹੜੀਆਂ ਮਧੂ ਮੱਖੀਆਂ ਆ ਉਹ ਫੁੱਲਾਂ ਦਾ ਰਸ ਨੂੰ ਨਿਚੋੜਦੀਆਂ ਪਈਆਂ, ਨੈਕਟਰ ਨੂੰ ਸਕ ਕਰਦੀਆਂ ਪਈਆਂ ਅਤੇ ਆਪਣੇ ਛੱਤਿਆਂ ਦੇ ਵਿੱਚ ਜਾ ਕੇ ਉਸ ਦੇ ਵਿੱਚ ਆਪਣੇ ਡਾਈਜੈਸਟਿਵ ਐਂਜ਼ਾਈਮਸ ਨੂੰ ਮਿਲਾਉਂਦੀਆਂ ਪਈਆਂ ਅਤੇ ਉਹਦਾ ਸ਼ਹਿਦ ਬਣ ਜਾਂਦਾ। ਸ਼ਾਇਦ ਮਿੱਠਾ ਹੁੰਦਾ ਹੈ ਤਾਂ ਤੁਸੀਂ ਸਾਰਿਆਂ ਨੇ ਬੱਚਿਆਂ ਨੇ ਖਾਧਾ ਵੀ ਹੋਏਗਾ। ਨੈਕਸਟ, ਵਟ ਡੂ ਐਨੀਮਲਸ ਈਟ? ਜਾਨਵਰ ਕੀ ਬੱਚਿਓ ਖਾਂਦੇ ਹਨ? ਕੁਝ ਜਾਨਵਰ ਜਿਵੇਂ ਕਿ ਗਾਂ, ਮੱਝ, ਬੱਕਰੀ, ਹਿਰਨ, ਘੋੜਾ, ਖੋਤਾ, ਹਾਥੀ ਆਦਿ ਘਾਹ, ਤੂੜੀ, ਅਨਾਜ ਜਾਂ ਪੇੜ ਪੌਦਿਆਂ ਦੇ ਪੱਤੇ ਭੋਜਨ ਵਜੋਂ ਖਾਂਦੇ ਹਨ। ਤੁਸੀਂ ਦੇਖ ਸਕਦੇ ਹੋ ਬੱਚਿਓ, ਗਾਂ ਹੋ ਗਈ, ਬੱਕਰੀ ਹੋ ਗਈ, ਭੇਡ ਹੋ ਗਈ, ਹਾਥੀ ਹੋ ਗਿਆ, ਇਹ ਉਹ ਜਾਨਵਰ ਨੇ ਜਿਹੜੇ ਸਿਰਫ ਅਤੇ ਸਿਰਫ ਵੈਜੀਟੇਰੀਅਨ ਚੀਜ਼ਾਂ ਖਾਂਦੇ ਆ, ਮਤਲਬ ਪੇੜ ਪੌਦੇ ਜਾਂ ਫਿਰ ਪੱਤੇ, ਇਹ ਚੀਜ਼ਾਂ ਖਾਂਦੇ ਆ। ਤਾਂ ਉਹ ਜਾਨਵਰ ਜਿਹੜੇ ਕੇਵਲ ਘਾਹ, ਪੇੜ ਪੌਦੇ ਤੋਂ ਪ੍ਰਾਪਤ ਉਤਪਾਦ ਨੂੰ ਹੀ ਖਾਂਦੇ ਹਨ, ਉਹਨਾਂ ਨੂੰ ਬੱਚਿਓ ਅਸੀਂ ਸ਼ਾਕਾਹਾਰੀ ਜਾਂ ਹਰਬੀਵੋਰ ਜੀਵ ਕਹਿੰਦੇ ਆ। ਤਾਂ ਸ਼ਾਖਾ ਤੋਂ ਤੁਸੀਂ ਯਾਦ ਰੱਖ ਲਓ, ਸ਼ਾਖਾ ਹੁੰਦੀ ਆ ਟਰੀ ਦੀ ਜਿਹੜੀ ਬ੍ਰਾਂਚ ਹੁੰਦੀ ਹੈ ਨਾ, ਤਾਂ ਸ਼ਾਖਾ ਤੋਂ ਸ਼ਾਕਾਹਾਰੀ, ਤਾਂ ਮਤਲਬ ਜਿਹੜੇ ਟਰੀਜ਼ ਨੂੰ ਖਾਂਦੇ ਆ ਉਸਨੂੰ ਅਸੀਂ ਸ਼ਾਕਾਹਾਰੀ ਕਹਿੰਦੇ ਆ। ਹਰਬਸ ਤੁਸੀਂ ਪੜ੍ਹਿਆ ਹੋਣਾ, ਜੜੀ ਬੂਟੀਆਂ, ਤਾਂ ਉਹ ਵੀ ਕਿਉਂਕਿ ਪਲਾਂਟਸ ਆ ਗਏ ਤਾਂ ਹਰਬੀਵੋਰਸ ਇਹਨਾਂ ਦਾ ਅਸੀਂ ਨਾਂ ਰੱਖ ਦਿੱਤਾ, ਜਿਵੇਂ ਕਿ ਹਿਰਨ ਹੋ ਗਿਆ, ਮੱਝ ਹੋ ਗਿਆ, ਗਾਂ ਹੋ ਗਿਆ, ਬੱਕਰੀ ਹੋ ਗਈ। ਦੂਜੇ ਪਾਸੇ ਕੁਝ ਜਾਨਵਰ ਅਜਿਹੇ ਵੀ ਹਨ ਜਿਵੇਂ ਕਿ ਸ਼ੇਰ, ਚੀਤਾ ਆਦਿ ਛੋਟੇ ਜਾਨਵਰਾਂ ਨੂੰ ਜਾਂ ਕਈ ਹੋਰ ਜਾਨਵਰਾਂ ਦਾ ਸ਼ਿਕਾਰ ਕਰਕੇ ਉਹਨਾਂ ਤੋਂ ਭੋਜਨ ਪ੍ਰਾਪਤ ਕਰਦੇ ਹਨ। ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜਾ ਸ਼ੇਰ ਆ ਜਾਂ ਚੀਤਾ ਆ, ਠੀਕ ਹੈ ਨਾ, ਇਹ ਦੂਜੇ ਜਾਨਵਰਾਂ ਨੂੰ ਮਾਰ ਕੇ ਉਹਨਾਂ ਦਾ ਸ਼ਿਕਾਰ ਕਰਕੇ ਉਹਨਾਂ ਦਾ ਮਾਂਸ ਖਾਂਦੇ। ਤਾਂ ਇਸ ਕਰਕੇ ਲੈਪਰਡ ਹੋ ਗਿਆ ਜਾਂ ਚੀਤਾ ਹੋ ਗਿਆ, ਇਹ ਸਾਰੇ ਉਹ ਜੀਵ ਨੇ। ਤਾਂ ਜਿਹੜੇ ਜਾਨਵਰ ਦੂਜੇ ਜਾਨਵਰਾਂ ਨੂੰ ਖਾਂਦੇ ਹਨ, ਅਸੀਂ ਉਹਨਾਂ ਨੂੰ ਮਾਸਾਹਾਰੀ ਜਾਂ ਕਾਰਨੀਵੋਰ ਜੀਵ ਕਹਿੰਦੇ ਹਾਂ। ਹੁਣ ਜਿਹੜੇ ਦੂਜੇ ਜਾਨਵਰਾਂ ਦਾ ਮਾਂਸ ਖਾਂਦੇ ਆ ਤਾਂ ਉਸਨੂੰ ਅਸੀਂ ਮਾਸਾਹਾਰੀ, ਜਾਂ ਨਾਮ ਯਾਦ ਰੱਖ ਲੈਣਾ ਬੱਚਿਓ, ਜਿਹੜੇ ਮਾਂਸ ਖਾਂਦੇ ਉਹ ਮਾਸਾਹਾਰੀ, ਜਿਹੜੇ ਸ਼ਾਖਾ ਖਾਂਦੇ ਸੀਗੇ ਉਹ ਸ਼ਾਕਾਹਾਰੀ। ਤਾਂ ਇਹ ਤੁਸੀਂ ਯਾਦ ਰੱਖ ਲੈਣਾ ਇਹਨੂੰ, ਕਾਰਨੀਵੋਰ ਇੰਗਲਿਸ਼ ਦੇ ਵਿੱਚ ਮਾਸਾਹਾਰੀ ਨੂੰ ਅਸੀਂ ਕਾਰਨੀਵੋਰ ਬੋਲਦੇ ਹੈਗੇ। ਤਾਂ ਕਾਰਨੀਵੋਰਸ ਜੀਵ ਦੇ ਵਿੱਚ ਐਗਜ਼ਾਮਪਲ ਹੋ ਗਈ ਟਾਈਗਰ, ਲਾਇਨ, ਲੈਪਰਡ, ਚੀਤਾ, ਇਹ ਸਾਰੀਆਂ ਐਗਜ਼ਾਮਪਲ ਹੋ ਗਈਆਂ। ਤੀਸਰੇ ਤਰ੍ਹਾਂ ਦੇ ਇੱਕ ਹੋਰ ਐਨੀਮਲਸ ਹੈ, ਕੁਝ ਅਜਿਹੇ ਜਾਨਵਰ ਵੀ ਹਨ ਜਿਵੇਂ ਕਿ ਬਿੱਲੀ, ਕੁੱਤਾ, ਈਵਨ ਅਸੀਂ ਮਨੁੱਖ ਵੀ, ਕੀੜੇ ਆਦਿ ਜੋ ਕਿ ਪੌਦਿਆਂ ਤੋਂ ਬਣੇ ਉਤਪਾਦ, ਜਾਨਵਰਾਂ ਤੋਂ ਬਣੇ ਉਤਪਾਦ ਜਿਵੇਂ ਕਿ ਦੁੱਧ ਅਤੇ ਕਈ ਛੋਟੇ ਜਾਨਵਰਾਂ ਨੂੰ ਖਾਂਦੇ ਹਨ। ਮਤਲਬ ਪੌਦੇ ਵੀ ਖਾਂਦੇ ਹਾਂ ਅਸੀਂ ਅਤੇ ਜਾਨਵਰਾਂ ਨੂੰ ਵੀ ਅਸੀਂ ਜਿਹੜਾ ਉਹ ਖਾਂਦੇ ਹੈਗੇ। ਤਾਂ ਅਜਿਹੇ ਜਿਹੜੇ ਜੀਵ ਆ, ਜਿੱਦਾਂ ਕਿ ਤੁਸੀਂ ਇੱਥੇ ਭਾਲੂ ਵਗੈਰਾ ਦੇਖ ਸਕਦੇ ਹੋ, ਮੱਛੀ ਨੂੰ ਵੀ ਖਾ ਰਿਹਾ ਅਤੇ ਘਾਹ ਵਗੈਰਾ ਵੀ ਖਾ ਰਿਹਾ। ਕੁੱਤਾ ਵੀ ਜਿਹੜਾ ਆ ਉਹ ਗਾਜਰ ਵਗੈਰਾ ਵੀ ਖਾ ਸਕਦਾ ਹੈ ਅਤੇ ਹੱਡੀ ਵਗੈਰਾ, ਮਤਲਬ ਵੈਜੀਟੇਰੀਅਨ ਵੀ, ਨਾਨ ਵੈਜੀਟੇਰੀਅਨ ਵੀ। ਈਵਨ ਹਿਊਮਨ ਬੀਇੰਗ ਉਹਦੀ ਥਾਲੀ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਸਬਜ਼ੀਆਂ ਵੀ ਪਈਆਂ ਪਲੱਸ ਮੀਟ ਵੀ ਪਿਆ। ਤਾਂ ਇਹਦਾ ਮਤਲਬ ਕੀ ਹੈ ਕਿ ਜਿਹੜੇ ਵੈਜੀਟੇਰੀਅਨ, ਨਾਨ ਵੈਜੀਟੇਰੀਅਨ ਫੂਡ ਜਾਂ ਫਿਰ ਜਿਹੜੇ ਸ਼ਾਖਾਵਾਂ ਵੀ ਖਾ ਲੈਣ, ਜਿਹੜੇ ਮਾਂਸ ਵੀ ਖਾ ਲੈਣ, ਅਜਿਹੇ ਜੀਵ ਨੂੰ ਅਸੀਂ ਜਿਹੜਾ ਆ ਉਹ ਬੇਟਾ ਉਸਨੂੰ ਅਸੀਂ ਸਰਬ ਆਹਾਰੀ, ਮਤਲਬ ਸਭ ਕੁਝ ਜਿਹੜੇ ਖਾ ਸਕਣ। ਅਜਿਹੇ ਜੀਵ ਜੋ ਪੌਦੇ ਅਤੇ ਜਾਨਵਰ ਦੋਹਾਂ ਨੂੰ ਭੋਜਨ ਦੇ ਰੂਪ ਵਿੱਚ ਖਾਂਦੇ ਹਨ, ਉਹਨਾਂ ਨੂੰ ਅਸੀਂ ਸਰਬ ਆਹਾਰੀ ਜਾਂ ਓਮਨੀਵੋਰ ਜੀਵ ਕਹਿੰਦੇ ਹਾਂ। ਤਾਂ ਇਹਦੀ ਉਦਾਹਰਨ ਯਾਦ ਰੱਖ ਲਿਓ ਬੱਚਿਓ, ਕੁੱਤਾ, ਬਿੱਲੀ, ਮਨੁੱਖ, ਕੀੜੇ ਆਦਿ ਇਹਦੀ ਉਦਾਹਰਨ ਆ ਜਾਂਦਾ। ਹੁਣ
ਜਾਨਵਰਾਂ ਨੂੰ ਉਹਨਾਂ ਦੀਆਂ ਭੋਜਨ ਦੀਆਂ ਆਦਤਾਂ ਅਨੁਸਾਰ ਅਸੀਂ ਉਹਨਾਂ ਨੂੰ ਹੇਠਾਂ ਵੰਡਿਆ ਹੋਇਆ। ਵੀ ਕੈਨ ਡਿਵਾਈਡ ਐਨੀਮਲਸ ਔਨ ਦਾ ਬੇਸਿਸ ਆਫ देयर ਫੂਡ ਹੈਬਿਟਸ। ਆਪਾਂ 3 ਭਾਗਾਂ 'ਚ ਬੱਚਿਓ ਵੰਡਿਆ। ਸਭ ਤੋਂ ਪਹਿਲਾਂ ਸ਼ਾਕਾਹਾਰੀ, ਜਿਹਨੂੰ ਆਪਾਂ ਹਰਬੀਵੋਰ ਕਹਿੰਦੇ ਆ, ਉਹ ਜਾਨਵਰ ਜਿਹੜੇ ਕੇਵਲ ਘਾਹ ਪੌਦੇ ਅਤੇ ਪੌਦਿਆਂ ਤੋਂ ਪ੍ਰਾਪਤ ਉਤਪਾਦ ਨੂੰ ਖਾਂਦੇ ਹਨ, ਉਹਨਾਂ ਨੂੰ ਅਸੀਂ ਸ਼ਾਕਾਹਾਰੀ ਜਾਂ ਹਰਬੀਵੋਰ ਜੀਵ ਕਹਿੰਦੇ ਹਾਂ, ਜਿਵੇਂ ਕਿ ਇੱਥੇ ਤੁਹਾਨੂੰ ਉਦਾਹਰਨ ਦਿਖਾਈ ਗਈ ਆ ਬੱਚਿਓ ਘੋੜੇ ਦੀ। ਦੂਜੇ ਪਾਸੇ ਜਿਹੜਾ ਸਾਡੇ ਕੋਲ ਹੈਗੇ ਨੇ ਜੀਵ, ਉਹ ਹੈਗੇ ਨੇ ਮਾਸਾਹਾਰੀ ਮਤਲਬ ਕਾਰਨੀਵੋਰ। ਜਿਹੜੇ ਜਾਨਵਰ ਦੂਜੇ ਜਾਨਵਰਾਂ ਨੂੰ ਖਾਂਦੇ ਹਨ, ਅਸੀਂ ਉਹਨਾਂ ਨੂੰ ਮਾਸਾਹਾਰੀ ਜੀਵ ਜਾਂ ਕਾਰਨੀਵੋਰ ਕਹਿੰਦੇ ਹਨ, ਜਿਵੇਂ ਕਿ ਸ਼ੇਰ ਹੋ ਗਿਆ, ਚੀਤਾ ਹੋ ਗਿਆ। ਤੀਸਰੇ ਪਾਸੇ ਸਾਡੇ ਕੋਲ ਸਰਬ ਆਹਾਰੀ ਮਤਲਬ ਓਮਨੀਵੋਰ ਜੀਵ ਆਉਂਦੇ ਨੇ। ਅਜਿਹੇ ਜੀਵ ਜੋ ਪੌਦੇ ਅਤੇ ਜਾਨਵਰਾਂ ਦੋਹਾਂ ਨੂੰ ਆਪਣੇ ਭੋਜਨ ਦੇ ਰੂਪ ਵਿੱਚ ਖਾਂਦੇ ਹਨ, ਉਹਨਾਂ ਨੂੰ ਅਸੀਂ ਸਰਬ ਆਹਾਰੀ ਜਾਂ ਓਮਨੀਵੋਰਸ ਜੀਵ ਵੀ ਬੋਲਦੇ ਹਾਂ, ਜਿਵੇਂ ਕਿ ਕੁੱਤਾ, ਮਨੁੱਖ, ਬਿੱਲੀ, ਛੋਟੇ ਮੋਟੇ ਕੀੜੇ ਵਗੈਰਾ ਆਦਿ। ਤਾਂ ਬੱਚਿਓ ਇਹ 3 ਤਰ੍ਹਾਂ ਦੇ ਜਾਨਵਰ ਤੁਸੀਂ ਯਾਦ ਰੱਖਣੇ। ਇਹਦੇ ਕੁਐਸਚਨ ਆਨਸਰਸ ਬਹੁਤ ਜ਼ਿਆਦਾ ਇੰਪੋਰਟੈਂਟ ਹੋਣਗੇ, ਅੱਗੇ ਆਪਾਂ ਕੁਐਸਚਨ ਆਨਸਰਸ ਵੀ ਦੇਖਾਂਗੇ। ਨੈਕਸਟ ਅਸੀਂ ਦੇਖਦੇ ਹਾਂ ਕਿ ਸਾਡੇ ਸਾਰਿਆਂ ਲਈ ਭੋਜਨ ਧਰਤੀ 'ਤੇ ਮੌਜੂਦ ਹੈ, ਜਾਂ ਕਿ ਜਿੰਨਾ ਭੋਜਨ ਧਰਤੀ 'ਤੇ ਮੌਜੂਦ ਹੈ ਉਹ ਸਾਡੇ ਸਾਰਿਆਂ ਲਈ ਭਰਪੂਰ ਮਾਤਰਾ ਵਿੱਚ ਉਪਲਬਧ ਹੈ। ਇਜ਼ ਫੂਡ ਸਫੀਸ਼ੀਐਂਟ ਅਵੇਲੇਬਲ ਔਨ ਅਰਥ ਫॉर ਅਸ। ਮਤਲਬ ਜਿੰਨਾ ਫੂਡ ਸਾਡੇ ਕੋਲ ਹੈਗਾ ਹੈ ਕਿ ਉਹ ਬਹੁਤ ਆ, ਜਾਂ ਫਿਰ ਕਿ ਜਿੰਨਾ ਫੂਡ ਸਾਡੇ ਕੋਲ ਅਵੇਲੇਬਲ ਆ ਉਹ ਸਾਰਿਆਂ ਨੂੰ ਮਿਲ ਜਾਂਦਾ ਹੈ। ਤਾਂ ਬੱਚੇ ਤੁਸੀਂ ਦੇਖਿਆ ਹੋਵੇਗਾ ਕਿ ਸਾਡੇ ਦੇਸ਼ ਦੇ ਵਿੱਚ ਵੀ ਸ਼ਾਰਟੇਜ ਆਫ ਫੂਡ ਜਿਹੜੀ ਆ, ਭੋਜਨ ਦੀ ਕਿੱਲਤ ਦਾ ਸਾਹਮਣਾ ਕਾਫੀ ਬੱਚਿਆਂ ਨੂੰ ਜਾਂ ਕਾਫੀ ਬੰਦਿਆਂ ਨੂੰ ਕਰਨਾ ਪੈਂਦਾ ਆ। ਇਹ ਅਸੀਂ ਬਚਾ ਸਕਦੇ ਹਾਂ ਕਿਵੇਂ? ਜੇਕਰ ਅਸੀਂ ਆਪਣਾ ਖਾਣਾ ਵੇਸਟ ਨਾ ਕਰੀਏ। ਤੁਸੀਂ ਵਿਆਹ ਸ਼ਾਦੀਆਂ 'ਚ ਦੇਖਿਆ ਹੋਵੇਗਾ ਕਿ ਅਨਨੈਸੈਸਰੀ ਫੂਡ ਅਸੀਂ ਆਪਣੀ ਫੂਡ ਪਲੇਟਸ ਦੇ ਵਿੱਚ ਪਾ ਲੈਂਦੇ ਹਾਂ, ਪਰ ਜਦੋਂ ਅਸੀਂ ਫਿਰ ਉਸਨੂੰ ਕੀ ਕਰਦੇ ਹਾਂ, ਜੇਕਰ ਨਾ ਖਾ ਹੋਵੇ ਤਾਂ ਅਸੀਂ ਉਸਨੂੰ ਵੇਸਟੇਜ ਇੱਦਾਂ ਡਸਟਬਿਨ ਦੇ ਵਿੱਚ ਸੁੱਟਦੇ ਹਾਂ। ਤਾਂ ਬੱਚਿਓ ਸਾਡੇ ਦੇਸ਼ ਦੇ ਵਿੱਚ ਅਜਿਹੇ ਵੀ ਕਈ ਬੰਦੇ ਨੇ ਜਿਨ੍ਹਾਂ ਤੱਕ ਭੋਜਨ ਜਿਹੜਾ ਆ ਉਹ ਪੂਰੀ ਅਮਾਊਂਟ ਦੇ ਵਿੱਚ, ਅਬੰਡੈਂਟ ਅਮਾਊਂਟ ਦੇ ਵਿੱਚ, ਪ੍ਰੋਪਰ ਅਮਾਊਂਟ ਦੇ ਵਿੱਚ ਨਹੀਂ ਪਹੁੰਚ ਰਿਹਾ ਹੈਗਾ। ਭੋਜਨ ਦੀ ਕਿੱਲਤ ਆ ਕਈ ਜਗ੍ਹਾ 'ਤੇ। ਤਾਂ ਇਸ ਕਰਕੇ ਬੱਚਿਓ ਸਾਨੂੰ ਭੋਜਨ ਦੀ ਵੇਸਟੇਜ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ। ਤਾਂ ਅਸੀਂ ਜਾਣਦੇ ਹਾਂ ਕਿ ਸਾਡੇ ਵਿੱਚ ਅਜਿਹੇ ਵੀ ਬਹੁਤ ਲੋਕ ਹਨ ਜਿਨ੍ਹਾਂ ਨੂੰ ਪੂਰਾ ਭੋਜਨ ਨਹੀਂ ਮਿਲਦਾ। ਸਾਨੂੰ ਅਜਿਹੇ ਢੰਗ ਲੱਭਣ ਦੀ ਲੋੜ ਹੈ ਜਿਨ੍ਹਾਂ ਨਾਲ ਦੇਸ਼ ਵਿੱਚ ਜ਼ਿਆਦਾ ਭੋਜਨ ਪੈਦਾ ਕੀਤਾ ਜਾ ਸਕੇ। ਇਹੀ ਕਾਫੀ ਨਹੀਂ, ਸਗੋਂ ਅਜਿਹੇ ਢੰਗ ਵੀ ਲੱਭਣੇ ਪੈਣਗੇ ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਭੋਜਨ ਸਾਨੂੰ ਸਭ ਨੂੰ ਆਸਾਨੀ ਨਾਲ ਹਾਸਲ ਹੋ ਸਕੇ। ਤਾਂ ਬੱਚਿਓ ਬੇਸਿਕਲੀ ਇਸ ਚੈਪਟਰ ਦੇ ਵਿੱਚ ਤੁਹਾਨੂੰ ਭੋਜਨ ਦੀ ਮਹੱਤਵਤਾ, ਕਿਉਂ ਭੋਜਨ ਜ਼ਰੂਰੀ ਆ, ਅਤੇ ਭੋਜਨ ਨੂੰ ਵੇਸਟ ਸਾਨੂੰ ਕਿਉਂ ਨਹੀਂ ਕਰਨਾ ਚਾਹੀਦਾ, ਇਹਦੇ ਬਾਰੇ ਅਸੀਂ ਚਰਚਾ ਕੀਤੀ। ਪਹਿਲਾਂ ਅਸੀਂ ਭੋਜਨ ਦੀ ਕੱਚੀ ਸਮੱਗਰੀ ਦੇ ਬਾਰੇ ਦੇਖਿਆ ਕਿ ਕੱਚੀ ਸਮੱਗਰੀ ਸਾਨੂੰ ਪ੍ਰਾਪਤ ਹੁੰਦੀ ਆ, ਉਹਦੇ ਮੁੱਖ ਸੋਰਸਿਸ ਜਿਹੜੇ ਆ ਸੋਮੇ ਜਿਹੜੇ ਆ 2 ਹੀ ਨੇ, ਇੱਕ ਨੇ ਪਲਾਂਟਸ, ਇੱਕ ਨੇ ਐਨੀਮਲਸ। ਪਲਾਂਟਸ ਤੋਂ ਸਾਨੂੰ ਵੱਖ-ਵੱਖ ਤਰ੍ਹਾਂ ਦੇ ਫੂਡਸ ਜਾਂ ਅਵੇਲੇਬਲ ਹੁੰਦੇ ਆ। ਹੁਣ ਪਾਰਟਸ ਆਫ ਪਲਾਂਟਸ ਫਿਰ ਆਪਾਂ ਪੜ੍ਹੇ, ਪੌਦੇ ਦੇ ਭਾਗ ਪੜ੍ਹੇ, ਉਹਦੇ ਵਿੱਚ ਅਸੀਂ ਪੱਤੇ, ਜੜ੍ਹਾਂ, ਤਣਾ, ਫਰੂਟਸ, ਫਲ ਉਹਦੇ ਜਿਹੜੇ ਸੀਗੇ ਉਹ ਪੜ੍ਹੇ। ਉਹ ਅਸੀਂ ਅਲੱਗ-ਅਲੱਗ ਪ੍ਰਕਾਰ ਦੇ ਪੌਦਿਆਂ ਨੂੰ, ਅਲੱਗ-ਅਲੱਗ ਭਾਗਾਂ ਨੂੰ ਅਸੀਂ ਖਾਂਦੇ ਹਾਂ, ਹਰੇਕ ਪ੍ਰਕਾਰ ਦੇ ਪੌਦੇ ਨੂੰ ਅਸੀਂ ਨਹੀਂ ਖਾ ਸਕਦੇ। ਫਿਰ ਐਨੀਮਲਸ ਤੋਂ ਸਾਨੂੰ ਕਿਹੜਾ ਫੂਡ ਮਿਲਦਾ, ਮਿਲਕ ਵਗੈਰਾ ਜਾਂ ਸ਼ਹਿਦ ਵਗੈਰਾ, ਮੀਟ ਵਗੈਰਾ, ਅੰਡੇ ਵਗੈਰਾ, ਉਹ ਅਸੀਂ ਦੇਖੇ। ਦੈਨ ਐਨੀਮਲਸ ਕਿੰਨੇ ਤਰ੍ਹਾਂ ਦੇ ਹੁੰਦੇ, ਉਹਨਾਂ ਦੇ ਭੋਜਨ ਦੀਆਂ ਆਦਤਾਂ 3 ਤਰ੍ਹਾਂ ਦੀਆਂ ਹੁੰਦੀਆਂ। ਇੱਕ ਨੇ ਹਰਬੀਵੋਰ ਜਿਹੜੇ ਸ਼ਾਕਾਹਾਰੀ, ਇੱਕ ਨੇ ਕਾਰਨੀਵੋਰ ਮਾਸਾਹਾਰੀ, ਅਤੇ ਤੀਸਰੇ ਪ੍ਰਕਾਰ ਦੇ ਸਰਬਹਾਰੀ। ਅਤੇ ਲਾਸਟ ਵਿੱਚ ਅਸੀਂ ਹੁਣ ਦੇਖਿਆ ਕਿ ਸਾਨੂੰ ਭੋਜਨ ਨੂੰ ਵਿਅਰਥ ਨਹੀਂ ਕਰਨਾ ਚਾਹੀਦਾ, ਬਿਕੋਜ਼ ਭੋਜਨ ਬੇਟਾ ਇੱਕ ਬਹੁਤ ਹੀ ਅਮੁੱਲ ਦਾਤ ਬਖਸ਼ੀ ਆ ਦਾਤਾ ਨੇ, ਤਾਂ ਇਸ ਕਰਕੇ ਸਾਨੂੰ ਭੋਜਨ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ। ਸਾਨੂੰ ਓਨਾ ਹੀ ਆਪਣੀ ਥਾਲੀ 'ਚ ਪਾਉਣਾ ਚਾਹੀਦਾ ਜਿੰਨਾ ਅਸੀਂ ਖਾ ਸਕੀਏ। ਤਾਂ ਮੈਨੂੰ ਉਮੀਦ ਆ ਬੱਚਿਓ ਤੁਹਾਨੂੰ ਅੱਜ ਦਾ ਇਹ ਸਾਰਾ ਚੈਪਟਰ ਸਮਝ ਲੱਗ ਗਈ ਹੋਏਗੀ। ਅੱਜ ਅਸੀਂ ਇੰਨਾ ਹੀ ਪੜ੍ਹਾਂਗੇ। ਨੈਕਸਟ ਸਲਾਈਡ ਦੇ ਵਿੱਚ ਅਸੀਂ, ਨੈਕਸਟ ਚੈਪਟਰ ਦੇ ਵਿੱਚ ਅਸੀਂ ਇਹਦੇ ਹੀ ਕੁਐਸਚਨ ਆਨਸਰਸ ਅਤੇ ਨੈਸ ਬੇਸਡ ਕੁਐਸਚਨ ਆਨਸਰਸ ਪੜ੍ਹਾਂਗੇ। ਥੈਂਕ ਯੂ ਬੱਚਿਓ। ਸਟੇ ਹੋਮ, ਸਟੇ ਸੇਫ।